ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸਭ ਦਿਸ ਕੀ ਸੰਗਤ ਬਿਖੈ ਰਹਿ ਬ੍ਰਿੰਦ ਮਸੰਦਾ। ਆਗੇ ਹੋਏ ਨਿਜ ਸੰਗ ਲੇ ਦਰਸਹਿ ਸੁਖ ਕੰਦਾ। ਸਭ ਦੇਸ ਕੀ ਸੰਗਤ ਬਿਖੈ ਰਹਿ ਬ੍ਰਿੰਦ ਮਸੰਦਾ। ਆਗੇ ਹੋਏ ਨਿਜ ਸੰਗ ਲੇ ਦਰਸਹਿ ਸੁਖ ਕੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਪਤਿਤ ਪਾਵਨ ਭਗਤ ਵਛਲ ਦੀਨਾਂ ਦੇ ਬੰਧੂ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਜ ਰਹੇ ਦੀਵਾਨ ਅੰਦਰ
ਪਾਤਸ਼ਾਹ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਨਿਤਾ ਪ੍ਰਤੀ ਪ੍ਰਾਪਤ ਹੋ ਰਿਹਾ ਹੈ। ਤਨ ਚੇਤਨ ਚੇਤਨ ਚੇਤ ਦਿਓ, ਨਹਿ ਭੋਗਣ ਹੇਤ ਗੋਬਿੰਦ ਦਿਓ। ਇਹ ਮਨੁੱਖਾ ਸਰੀਰ ਉਸ ਪਰਮੇਸ਼ਵਰ ਅਕਾਲ ਪੁਰਖ ਦੀ ਸਾਧਨਾ ਆਰਾਧਨਾ ਵਾਸਤੇ, ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ ਔਰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ। ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਇਸ ਮਨੁੱਖਾ ਅਵਸਰ ਦਾ ਪੂਰਾ ਲਾਹਾ ਪ੍ਰਾਪਤ ਕਰਨ ਵਾਸਤੇ ਨਿਤਾ ਪ੍ਰਤੀ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰ ਘਰ ਦੀ ਸ਼ੋਭਾ ਸੁਣ ਕਰਕੇ ਆਪਣੇ ਸਮੇਂ ਨੂੰ ਸਫਲਾ ਬਣਾਉਂਦੇ ਹੈ। ਕੱਲ ਸਾਧ ਸੰਗਤ ਜੀ ਜਥਾ ਪ੍ਰਸੰਗ ਆਪਾਂ ਸਰਵਣ ਕੀਤਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁੰਦਰ ਗੁਣ ਕਵੀ ਜੀਆਂ ਵਰਣਨ ਕੀਤੇ। ਦਇਆ ਨਿਧ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਸਰੂਪ ਬਹੁਤ ਸੁੰਦਰ ਹੈ। ਜਥਾ ਕਵੀ ਜੀ ਦੱਸ ਰਹੇ ਹੈ, ਉੱਚੇ ਮੋਢੇ ਹੈ, ਚੌੜੀ ਛਾਤੀ, ਦਗ ਦਗ ਕਰਦਾ ਚਿਹਰਾ, ਸੋਨੇ ਰੰਗਾ ਰੰਗ ਹੈ ਹਜ਼ੂਰ ਦਾ। ਦਿਨ ਬਰ ਦਿਨ ਵੱਧਦੇ ਜਾਂਦੇ ਹੈ, ਦੂਜਦੇ ਚੰਦਰਮਾ ਦੇ ਵਾਂਗਰਾਂ, ਲੰਮੀਆਂ ਬਾਹਾਂ, ਗਠਿਆ ਹੋਇਆ ਸਰੀਰ। ਪਾਤਸ਼ਾਹ ਘੋੜੇ ਤੇ ਚੜ੍ਹ ਕਰਕੇ ਨੌਜਵਾਨ ਸੂਰਮੇ ਗੱਭਰੂ ਸਿੱਖਾਂ ਦੇ ਨਾਲ ਸ਼ਿਕਾਰ ਦੀ ਬਿਰਤੀ ਧਾਰ ਕੇ ਜਦੋਂ ਬਾਹਰ ਉਜਾੜ ਵਿੱਚ ਜੰਗਲ ਨੂੰ ਜਾਂਦੇ ਹੈ, ਉੱਥੇ ਪਾਤਸ਼ਾਹ ਜੀ ਸ਼ਿਕਾਰ ਖੇਡਣਾ ਔਰ ਨਾਲ ਜੰਗ ਯੁੱਧ ਦਾ ਜਿਵੇਂ ਕੋਈ ਅਭਿਆਸ ਕਰਦੀਆਂ ਫੌਜਾਂ, ਕੋਈ ਯੋਧਾ ਅਭਿਆਸ ਕਰਦਾ ਹੈ, ਸ਼ਾਸਤਰ ਚਲਾਉਂਦੇ ਹੈ, ਤੀਰ ਕਮਾਨ ਦਾ ਅਭਿਆਸ ਕਰਦੇ ਹੈ। ਇਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਜੀ ਨੇ ਸੁਭਾਅ ਧਾਰਨ ਕੀਤੇ ਹੋਏ ਹਨ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਆਉਂਦੇ ਹੈ ਤੇ ਉਦੋਂ ਬੜਾ ਸੰਕੋਚ ਕੇ ਸੰਗ ਕੇ ਨਿਮਰਤਾ ਸਹਿਤ ਰਹਿੰਦੇ ਹਨ। ਕਵੀ ਜੀ ਕਹਿੰਦੇ, ਜਦੋਂ ਸਿੱਖ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਸ਼ਾਸਤਰਾਂ ਦੇ ਸਹਿਤ ਜੰਗ ਯੁੱਧ ਦਾ ਅਭਿਆਸ ਕਰਦੇ, ਮਸ਼ਕਾਂ ਕਰਦੇ ਦੇਖਦੇ ਹਨ, ਕੋਈ ਸਿੱਖ ਕਹਿੰਦੇ ਆ ਵੀ ਇਹ ਤਾਂ ਸ਼ਾਸਤਰ ਦੇ ਤੇ ਰਣ ਦੇ ਜੰਗ ਦੇ ਮੈਦਾਨ ਦੇ ਬੜੇ ਧਣੀ ਹੋਣਗੇ, ਰਣ ਨੂੰ ਬੜਾ ਪਿਆਰ ਕਰਨ ਵਾਲੇ ਐ, ਤਦੇ ਹੀ ਸ਼ਾਸਤਰ ਨਹੀਂ ਛੱਡਦੇ। ਕੁਝ ਕਮਜ਼ੋਰ ਦਿਲ ਵਾਲੇ ਇਹ ਸੋਚਦੇ ਐ ਤੇ ਕਹਿੰਦੇ ਐ ਕਿ ਨਹੀਂ, ਵੇਖੋ ਹੁਣ ਤੀਕਰ ਇਹਨਾਂ ਦੇ ਵੱਡੇ ਵਡੇਰੇ ਤੇ 5 ਪਾਤਸ਼ਾਹੀਆਂ ਨੇ ਇਹੋ ਜਿਹੀ ਕੋਈ ਬਿਰਤੀ ਨਹੀਂ ਧਾਰੀ, ਸ਼ਾਂਤ ਕੀ ਸੁਭਾਅ ਰੱਖਿਆ ਹੈ ਸੰਤਾਂ ਵਾਲਾ, ਤੇ ਇਹ ਜਿਹੜਾ ਵੈ ਰਾਜਿਆਂ ਵਾਲਾ ਭੇਸ ਰੱਖਣਾ, ਸ਼ਾਸਤਰ ਰੱਖਣੇ ਗੁਰੂ ਘਰ ਵਾਸਤੇ ਚੰਗੀ ਗੱਲ ਨਹੀਂ। ਤੋ ਇਸ ਤਰ੍ਹਾਂ ਜਿਵੇਂ ਅੱਜ ਵੀ ਕੁਝ ਲੋਕ ਕਹਿੰਦੇ ਆ ਜੀ ਵੇਖੋ ਮਹਾਰਾਜ ਦੇ ਪਾਸ ਇਹਨਾਂ ਨੇ ਸ਼ਸਤਰ ਰੱਖੇ ਆ, ਗੁਰੂ ਘਰ ਦੇ ਵਿੱਚ ਸ਼ਾਸਤਰ ਲੈ ਕੇ ਜਾਣ ਦਾ ਕੀ ਕੰਮ ਹੈ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਸਾਧ ਸੰਗਤ ਜੀ ਇਹੋ ਜਿਹੇ ਸਿੱਖ ਸਨਗੇ ਜਿਹੜੇ ਕਹਿੰਦੇ ਸੀ ਕਿ ਗੁਰੂ ਘਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸ਼ੋਭਦੀਆਂ ਨਹੀਂ। ਕਈ ਕਹਿੰਦੇ ਆ ਕਿ ਨਹੀਂ, ਬਚਪਨ ਕਰਕੇ ਖੇਡਣ ਵਾਸਤੇ ਸ਼ਾਸਤਰ ਵਰਤਦੇ ਆ, ਜਦੋਂ ਵੱਡੇ ਹੋਵਣਗੇ ਉਦੋਂ ਛੱਡ ਦੇਣਗੇ ਸ਼ਾਸਤਰਾਂ ਨੂੰ ਤੇ ਸਾਦਗੀ ਦੀ ਬਿਰਤੀ ਧਾਰ ਲੈਣਗੇ। ਪਰ ਜਿਹੜੇ ਸਿਆਣੇ ਸਿੱਖ ਹੈ ਨਾ, ਉਹ ਜਾਣਦੇ ਆ ਵੀ ਇਹ ਤਾਂ ਪਰਮੇਸ਼ਰ ਅਕਾਲ ਪੁਰਖ ਜੀ ਹੁਣ ਇਸ ਸਰੂਪ 'ਚ ਆਏ ਹੋਏ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸਦਾ ਸਫਲੇ ਹੁੰਦੇ ਹੈ, ਜੋ ਇਹਨਾਂ ਮਾਤਾ ਗੰਗਾ ਜੀ ਨੂੰ ਆਖੇ ਸਨ ਕਿ ਤੁਹਾਡੇ ਘਰੇ ਮਹਾਬਲੀ ਮਹਾਨ ਸੂਰਮਾ ਸੂਰਵੀਰ ਯੋਧਾ ਅਵਤਰੇਗਾ, ਵੱਡੇ ਵੱਡੇ ਜਰਵਾਣੇ ਇਹਨਾਂ ਦੇ ਅੱਗੇ ਹੱਥ ਖੜੇ ਕਰ ਦਿਆ ਕਰਨਗੇ, ਬਹੁਤ ਆਜਾਨ ਬਾਹੋ ਹੋਣਗੇ, ਬੜੇ ਪ੍ਰਤਾਪੀ ਸੂਰਮੇ ਹੋਣਗੇ, ਯੋਧੇ ਹੋਣਗੇ, ਜੰਗਾਂ ਯੁੱਧਾਂ ਦਾ ਅਭਿਆਸ ਕਰਨਗੇ ਤੇ ਜਰਵਾਣੇ ਜ਼ੁਲਮੀਆਂ ਨੂੰ
ਮਿੱਟੀ ਵਿੱਚ ਮਿਲਾ ਦੇਣਗੇ। ਜੰਗ ਦੇ ਮੈਦਾਨ ਵਿੱਚ ਕੋਈ ਜੁਰਤ ਨਹੀਂ ਕਰੇਗਾ ਇਹਨਾਂ ਦਾ ਮੁਕਾਬਲਾ ਕਰਨ ਦੀ। ਕਿਸੇ ਦਾ ਹੀਆ ਨਹੀਂ ਪਏਗਾ ਕਿ ਤੁਹਾਡੇ ਸਾਹਿਬਜ਼ਾਦੇ ਦੇ ਅੱਗੇ ਖੜ ਸਕੇ। ਇਸ ਤਰ੍ਹਾਂ ਦੇ ਬਚਨ ਬਾਬਾ ਬੁੱਢਾ ਸਾਹਿਬ ਨੇ ਜਿਹੜੇ ਕਹੇ ਹੈ, ਉਹ ਤਾਂ ਭਾਈ ਹੁਣ ਸਫਲ ਹੋਣੇ ਹੀ ਹੈ। ਇਸ ਤਰ੍ਹਾਂ ਕੁਝ ਸਿੱਖ ਸੋਚਦੇ ਆ। ਨਾਲ ਫਿਰ ਕਵੀ ਜੀਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਵਡਿਆਈ ਗਾਈ ਤੇ ਪਾਤਸ਼ਾਹ ਹਰਗੋਬਿੰਦ ਸਾਹਿਬ ਨੂੰ ਆਪਣੇ ਪਾਸ ਬਿਠਾ ਕੇ ਨਾ ਸਿੰਘਾਸਣ ਤੇ ਝੋਲੀ ਵਿੱਚ ਬਿਠਾ ਕੇ 10 ਵਰ੍ਹਿਆਂ ਦੇ ਸਾਹਿਬਜ਼ਾਦੇ ਨੂੰ ਤੇ ਬੜੀ ਸਿੱਖਿਆ ਦਿੰਦੇ ਸ਼ੁਭ ਕੇ ਹੁਣ ਤੀਕਰ ਗੁਰੂ ਕਿਆ ਨੇ ਸੰਸਾਰ ਦਾ ਉਧਾਰਾ ਕੀਤਾ। ਪੁੱਤ ਹਰਗੋਬਿੰਦ, ਤੁਸਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ, ਵੱਧ ਤੋਂ ਵੱਧ ਬਾਣੀ ਕੰਠ ਕਰਨੀ ਹੈ, ਸਵਾ ਪਹਿਰ ਰਾਤ ਰਹਿੰਦਿਆਂ ਦਿਨ ਚੜ੍ਹਨ ਤੋਂ ਉੱਠ ਪੈਣਾ ਹੈ। ਇਸ ਤਰ੍ਹਾਂ ਦੇ ਬਚਨ ਕਹੇ। ਨਾਲੇ ਵੀ ਆਖਿਆ ਕਿ ਜਿੱਥੇ ਵੀ ਸਿੱਖ ਤੇ ਭੀੜ ਪਵੇ ਉੱਥੇ ਜਾ ਕੇ ਤੁਸੀਂ ਸਹਾਇਤਾ ਕਰਨੀ, ਸਹਾਈ ਹੋਣਾ ਹੈ। ਇਸ ਤਰ੍ਹਾਂ ਦੇ ਕੁਝ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤੇ। ਅੱਗੇ ਸਾਧ ਸੰਗਤ ਜੀ, ਜਿਵੇਂ ਚੰਦੂ ਪਾਪੀ ਵਿਉਂਤ ਘਾੜ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਕਸ਼ਮੀਰ ਵਾਲੇ ਪਾਸੇ ਲੈ ਕੇ ਗਿਆ ਤੇ ਮੁੜ ਕੇ ਪੰਜਾਬ ਦਾ ਬਹਾਨਾ ਜਿਹਾ ਬਣਾ ਕੇ ਵੀ ਉੱਥੇ ਬੜੇ ਚੋਰ ਉਚੱਕੇ ਰਹਿੰਦੇ ਆ ਤੇ ਤੁਸੀਂ ਇੱਕ ਗੇੜਾ ਪੰਜਾਬ ਵਿੱਚ ਵੀ ਮਾਰੋ। ਤੇ ਇਸ ਤਰ੍ਹਾਂ ਗੱਲਾਂ ਵਿੱਚ ਲਾ ਕੇ ਕਸ਼ਮੀਰ ਤੋਂ ਜਹਾਂਗੀਰ ਬਾਦਸ਼ਾਹ ਨੂੰ ਚੰਦੂ ਫਿਰ ਲਾਹੌਰ, ਇਸ ਪੰਜਾਬ ਸੂਬੇ ਵਿੱਚ, ਪੰਜਾਬ ਦੇਸ਼ ਵਿੱਚ ਆਉਣ ਵਾਸਤੇ, ਲਿਜਾਣ ਵਾਸਤੇ ਪ੍ਰੇਰਦਾ ਰਿਹਾ। ਉਹ ਸਾਰਾ ਪ੍ਰਸੰਗ ਅੱਜ ਆ ਰਿਹਾ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਈਏ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭ ਦਿਸ ਕੀ ਸੰਗਤ ਬਿਖੈ। ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਸਿੰਘਾਸਣ ਤੇ ਸਜਦੇ ਆ ਤੇ ਸਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਉਂਦੀਆਂ ਹਨ। ਰਹਿ ਬ੍ਰਿੰਦ ਮਸੰਦਾ। ਤੇ ਮਹਾਰਾਜ ਨੇ ਦੂਰ ਵਿਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਦੇ ਪਾਸ ਮਸੰਦ ਨਿਯੁਕਤ ਕੀਤੇ ਹੋਏ ਆ, ਜਿਹੜੇ ਸੰਗਤਾਂ ਨੂੰ ਗੁਰੂ ਘਰ ਦਾ ਸੁਨੇਹਾ ਦਿੰਦੇ ਆ, ਹੁਕਮਨਾਮੇ ਲੈ ਕੇ ਜਾਂਦੇ ਆ, ਸਿੱਖਾਂ ਦਾ ਆਪਸ ਵਿੱਚ ਪ੍ਰੇਮ ਥਪਾਕ ਰੱਖਦੇ ਆ ਤੇ ਸੰਗਤ ਨੂੰ ਪ੍ਰੇਰ ਕੇ ਅੰਮ੍ਰਿਤਸਰ ਗੁਰੂ ਘਰ ਲੈ ਕੇ ਆਉਂਦੇ ਹਨ। ਇਹੋ ਜਿਹੇ ਬੜੇ ਜਿਹੜੇ ਗੁਰੂ ਘਰ ਦੇ ਮਸੰਦ ਹੈ ਮਹਾਰਾਜ ਨੇ ਨਿਯੁਕਤ ਕੀਤੇ ਹੋਏ ਹਨ। ਅੱਗੇ ਹੋਏ ਨਿਜ ਸੰਗ ਲੈ। ਤੇ ਬੜੀਆਂ ਸੰਗਤਾਂ ਨੂੰ ਲੈ ਕੇ ਆਉਂਦੇ ਅੱਗੇ ਲੱਗ ਕਰਕੇ, ਜਥਾ ਬਣਾ ਕਰਕੇ। ਦਰਸਹਿ ਸੁਖ ਕੰਦਾ। ਸੁਖਾਂ ਦੇ ਮੁੱਢ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਦੇਸ ਵਿਦੇਸ਼ ਅਸ਼ੇਸ਼ ਮਹਿ। ਤੋ ਕਵੀ ਜੀ ਕਹਿੰਦੇ ਦੇਸ਼ਾਂ ਵਿਦੇਸ਼ਾਂ ਦੀਆਂ ਬਹੁਤੀਆਂ ਜੋ ਸੰਗਤਾਂ ਹਨ, ਲੈ ਕਰ ਗੁਰ ਕਾਰੇ। ਉਹ ਗੁਰੂ ਕੀ ਕਾਰ ਲੈ ਕੇ, ਦਸਵੰਧ ਦੀ ਮਾਇਆ ਲੈ ਕਰਕੇ ਅੰਮ੍ਰਿਤਸਰ ਸੰਗਤ ਪਹੁੰਚਦੀ ਹੈ। ਖਸ਼ਟ ਮਾਸ ਕੈ ਬਰਖ ਮੈਂ। ਕੋਈ ਤਾਂ 6 ਮਹੀਨਿਆਂ ਬਾਅਦ ਅੰਮ੍ਰਿਤਸਰ ਦੇ ਦਰਸ਼ਨ ਕਰਨ ਆਉਂਦਾ ਹੈ, ਨਾਲੇ ਕਾਰ ਭੇਟਾ ਜਿਹੜੀ ਹੈ ਉਹ ਲੈ ਕੇ ਆਉਂਦਾ ਹੈ। ਕੁਝ ਸੰਗਤ ਸਿੱਖ ਜਿਹੜੇ ਆ ਉਹ ਸਾਲ ਬਾਅਦ ਦਰਸ਼ਨ ਕਰਨ ਆਉਂਦੇ ਆ। ਆਨੈ ਗੁਰਦੁਆਰੇ। ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਪਾਤਸ਼ਾਹ ਦੇ ਦਰਸ਼ਨਾਂ ਨੂੰ ਕੋਈ 6 ਮਹੀਨੇ ਬਾਅਦ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ, ਤੇ ਕੋਈ ਸਾਲ ਬਾਅਦ ਦਸਵੰਧ ਲੈ ਕੇ ਤੇ ਹਾਜ਼ਰ ਹੁੰਦੇ ਆ, ਨਾਲੇ ਦਰਸ਼ਨ ਦੇ ਦੀਦਾਰੇ ਕਰਦੇ ਹਨ। ਦਰਬ ਵਿਸਾਲ ਸੋ ਆਏ ਜਿਮ। ਤੋ ਕਵੀ ਜੀ ਕਹਿੰਦੇ ਮਾਇਆ ਨਾ ਗੁਰੂ ਘਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬੜੀ ਜ਼ਿਆਦਾ ਆਉਂਦੀ ਹੈ। ਤਿਮ ਖਰਚ ਵਿਸਾਲਾ। ਪਰ ਜੇ ਆਮਦਨੀ ਬਹੁਤ ਹੈ, ਸੰਗਤ ਦਾ ਚੜਾਵਾ ਭੇਟਾ ਬਹੁਤ ਆਉਂਦੀ ਹੈ, ਪਰ ਨਾਲ ਖਰਚਾ ਬਹੁਤ ਹੈ ਗੁਰੂ ਕੇ ਘਰ ਦਾ। ਦੇਗ ਅਤੋਟੀ ਚਲਤ ਹੈ। ਕਿਉਂਕਿ ਲੰਗਰ ਵੀ ਅਤੁੱਟ ਚੱਲਦਾ ਹੈ। ਲੰਗਰ ਨੂੰ ਕਦੇ ਤਾਲਾ ਨਹੀਂ ਲਾਉਂਦੇ ਮਹਾਰਾਜ। ਲੰਗਰ ਸਦਾ ਚੱਲਦਾ ਅਤੁੱਟ, ਤੋਟੇ ਤੋਂ ਰਹਿਤ, ਖੁੱਲਾ ਡੁੱਲਾ ਲੰਗਰ ਚੱਲਦਾ ਹੈ। ਨਿਸ ਦਿਨ ਜੁਗ ਕਾਲਾ। ਦਿਨੇ ਵੀ ਚੱਲਦਾ, ਰਾਤ ਨੂੰ, ਦੋਵੇਂ ਸਮੇਂ ਹੀ। ਅਚੈ ਆਹਾਰ ਹਜ਼ਾਰ ਹੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ
ਰੋਜ਼ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ। ਨਿਤ ਪ੍ਰਤ ਨਰ ਆਵੈ। ਜਿਹੜੇ ਸਿੱਖ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਰੋਜ਼ ਆਉਂਦੇ ਐ, ਤੋ ਸਾਧ ਸੰਗਤ ਅਜੋਕੇ ਸਮੇਂ ਦੇ ਵਿੱਚ ਵੀ ਦੁਨੀਆ ਦਾ ਸਭ ਤੋਂ ਵੱਧ ਆਉਣ ਵਾਲਾ, ਭਾਵ ਸੰਸਾਰ ਦੇ ਜੀਵਾਂ ਦੇ ਇਕੱਠੇ ਹੋਣ ਵਾਲਾ, ਜਾਂ ਕਹੋ ਵੀ ਸ਼ਰਧਾਲੂਆਂ ਦੇ ਦਰਸ਼ਨ ਕਰਨ ਵਾਲਾ ਸਭ ਤੋਂ ਦੁਨੀਆ ਦਾ ਪਹਿਲੇ ਨੰਬਰ ਦਾ ਸਥਾਨ ਅੰਮ੍ਰਿਤਸਰ ਸਾਹਿਬ ਹੈ। ਕਰੀਬ 1 ਲੱਖ ਸ਼ਰਧਾਲੂ ਰੋਜ਼ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਉਂਦਾ ਹੈ, ਜਿੱਥੇ ਸਾਧ ਸੰਗਤ 2-2 ਲੱਖ ਪ੍ਰਸ਼ਾਦਾ ਨਿਤਾ ਪ੍ਰਤੀ ਪੱਕਦਾ। ਹਾਲਾਂਕਿ ਬਹੁਤ ਪਾਸਿਆਸੇ ਡੇਰੇ ਹੈ, ਬੜੇ ਲੰਗਰ ਵੀ ਹੋਰ ਚੱਲਦੇ ਹੈ, ਪਰ ਫਿਰ ਵੀ 1 ਲੱਖ ਦੇ ਕਰੀਬ ਸ਼ਰਧਾਲੂ ਗੁਰੂ ਰਾਮਦਾਸ ਮਹਾਰਾਜ ਦੀ ਰਸੋਈ ਚੋਂ, ਲੰਗਰ ਚੋਂ ਪ੍ਰਸ਼ਾਦਾ ਹੁਣ ਵੀ ਛਕਦਾ ਹੈ। ਤੋ ਸੱਚੇ ਪਾਤਸ਼ਾਹ ਦੇ ਘਰ ਦਾ ਇਸ ਤਰ੍ਹਾਂ ਦਾ ਖਰਚਾ ਹੈ, ਦਿਨ ਰਾਤ ਖੁੱਲਾ ਡੁੱਲਾ ਲੰਗਰ ਚੱਲਦਾ ਹੈ। ਨਿਕਟ ਹਜ਼ਾਰੋਂ ਰਹਿਤ ਹੈ। ਬਾਕੀ ਆਉਣ ਵਾਲੀ ਸੰਗਤ ਤਾਂ ਜਿਹੜੀ ਆਉਂਦੀ ਹੈ ਰੋਜ਼, ਮਹਾਰਾਜ ਦੇ ਪਾਸ ਵੀ ਹਜ਼ਾਰਾਂ ਸਿੱਖ ਰਹਿੰਦੇ ਪੱਕੇ ਤੌਰ ਤੇ। ਗੁਰ ਕੇ ਘਰ ਖਾਵੈ। ਉਹ ਵੀ ਗੁਰੂ ਕੇ ਘਰੋਂ ਹੀ ਪ੍ਰਸ਼ਾਦਾ ਛਕਦੇ ਹਨ। ਸਿਰੇ ਪਾਉ ਪੁਨ ਦੇਤ ਹੈ। ਫਿਰ ਖਰਚਾ ਸਿਰੋਂ ਪਾਉਣ ਦਾ ਬਹੁਤ ਹੈ। ਜਦੋਂ ਸੰਗਤਾਂ ਕੋਈ ਦਸਵੰਧ ਦੀ ਮਾਇਆ ਲੈ ਲੈ ਕੇ ਆਉਂਦੀਆਂ, ਕੋਈ ਵੱਡੀ ਸੇਵਾ ਵਿੱਚ ਹਿੱਸਾ ਪਾਉਂਦੇ ਹੈ, ਪਾਤਸ਼ਾਹ ਜੀ ਉਹਨਾਂ ਸਿੱਖਾਂ ਨੂੰ ਸਿਰੋਂ ਪਾਉ ਦਿੰਦੇ ਹਨ। ਸਿੱਖ ਹਵੈ ਮੁਖ ਜੋਈ। ਜਿਹੜੇ ਮੁਖੀ ਕੋਈ ਮਸੰਦ ਸਿੱਖ ਸੰਗਤ ਲੈ ਲੈ ਕੇ ਆਉਂਦੇ ਨਾ, ਸੱਚੇ ਪਾਤਸ਼ਾਹ ਉਹਨਾਂ ਗੁਰਮੁਖਾਂ ਨੂੰ ਸਿਰੋਂ ਪਾਉ ਵੀ ਦਿੰਦੇ ਆ। ਇਸ ਕਰਕੇ ਹਜ਼ਾਰਾਂ ਗਜ ਜਿਹੜਾ ਨਿਤਾ ਪ੍ਰਤੀ ਸਿਰੋਂ ਪਾਉ ਲੱਗ ਜਾਂਦਾ ਹੈ। ਬ੍ਰਿੰਦ ਮਸੰਦ ਬਿਲੰਦ ਧਨ। ਤੇ ਬੇਅੰਤ ਮਸੰਦ ਜਿਹੜੇ ਹੈ, ਉਹ ਜਿਹੜਾ ਖੁੱਲੀ ਡੁੱਲੀ ਮਾਇਆ ਹੈ, ਲੈ ਗੁਰ ਤੇ ਸੋਈ। ਉਹ ਆਪਦੇ ਘਰਾਂ ਵਾਸਤੇ ਜਿਹੜੇ ਖਰਚੇ ਚਲਾਉਣੇ ਆ, ਉਹਨਾਂ ਨੂੰ ਵੀ ਮਹਾਰਾਜ ਹੀ ਦਿੰਦੇ ਆ। ਜਿਹੜੇ ਮਸੰਦ ਹੈ, ਉਹਨਾਂ ਦੇ ਘਰਾਂ ਦੇ ਕਾਰੋਬਾਰ ਖਰਚੇ ਵਾਸਤੇ ਸੱਚੇ ਪਾਤਸ਼ਾਹ ਜੀ ਮਾਇਆ ਉਹਨਾਂ ਨੂੰ ਵੀ ਦਿੰਦੇ ਹਨ। ਇਤਿਆਦਿਕ ਨਿਤ ਖਰਚ ਕੋ। ਇਸ ਤੋਂ ਬਾਅਦ ਇੱਕ ਕਵੀ ਜੀ ਕਹਿੰਦੇ ਹੋਰ ਬੜੇ ਤਰ੍ਹਾਂ ਦੇ ਖਰਚੇ ਹਨ ਗੁਰੂ ਘਰ ਅੰਦਰ, ਕੁਛ ਟੋਟ ਨਾ ਆਵੈ। ਪਰ ਫੇਰ ਵੀ ਕਿਸੇ ਤਰ੍ਹਾਂ ਦੀ ਤੋਟਾ ਨਹੀਂ ਆਉਂਦੀ। ਸੰਗਤਾਂ ਸਿੱਖ ਮਹਾਰਾਜ ਦੇ ਘਰ ਖੁੱਲਾ ਡੁੱਲਾ ਖਾਂਦੇ ਐ, ਖੁੱਲਾ ਵਰਤਦੇ ਹਨ। ਗਾਏ ਰਬਾਬੀ ਪੁੰਜ ਸਦ। ਤੇ ਕਿੰਨੇ ਰਬਾਬੀ ਸਿੱਖ ਜਿਹੜੇ ਐ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਹਨ। ਸੋ ਧਨ ਗਨ ਪਾਵੈ। ਮਹਾਰਾਜ ਤੋਂ ਬੜਾ ਧਨ ਲੈਂਦੇ ਐ। ਪਾਤਸ਼ਾਹ ਉਹਨਾਂ ਨੂੰ ਵੀ ਤਨਖਾਹ ਰੂਪ ਕਹਿ ਲਓ ਤੇ ਜਾਂ ਬਖਸ਼ਿਸ਼ਾਂ ਦੇ ਰੂਪ ਵਿੱਚ ਕਾਫੀ ਧਨ ਰਬਾਬੀਆਂ ਨੂੰ, ਰਾਗੀਆਂ ਸਿੱਖਾਂ ਨੂੰ ਦਿੰਦੇ ਹਨ। ਗੁਰ ਘਰ ਕੋ ਵੱਡ ਖਰਚ ਨਿਤ। ਇਸ ਤਰ੍ਹਾਂ ਨਿਤਾ ਪ੍ਰਤੀ ਗੁਰੂ ਘਰ ਦਾ ਬਹੁਤ ਵੱਡਾ ਖਰਚਾ ਹੈ। ਗਨ ਬ੍ਰਿਖ ਬਰਹੰਤੇ। ਕਿਉਂਕਿ ਆਵਾਜਾਈ ਵਾਸਤੇ, ਗੱਡਿਆਂ ਤੇ ਜੋੜਨ ਵਾਸਤੇ ਬਲਦ ਵੀ ਮਹਾਰਾਜ ਦੇ ਘਰ ਵਿੱਚ ਬੇਅੰਤ। ਜਿੱਥੇ ਪਸ਼ੂਆਂ ਦਾ ਵਾੜਾ ਹੈ ਕੋਈ, ਉੱਥੇ ਮਈਆਂ ਗਾਈਆਂ ਪਸ਼ੂ ਬਹੁਤ ਹੈ। ਬਲਦ ਖਾਸ ਕਰਕੇ ਖੇਤੀਬਾੜੀ ਕਰਨ ਵਾਸਤੇ ਰੱਖੇ ਹੋਏ ਐ। ਖਰੇ ਤਬੇਲੇ ਹਨ ਕੇ। ਤੇ ਬਾਕੀ ਮਹਾਰਾਜ ਦੇ ਤਬੇਲਿਆਂ ਵਿੱਚ ਘੋੜੇ ਵੀ ਸਵਾਰੀ ਵਾਸਤੇ, ਹਰਗੋਬਿੰਦ ਸਾਹਿਬ ਦੇ ਜਿਹੜੇ ਜਰਵਾਣੇ ਨਾਲ ਸਿੰਘ ਸਿੱਖ ਹੈ, ਉਹਨਾਂ ਵਾਸਤੇ ਜਿਹੜੇ ਕਾਫੀ ਘੋੜੇ ਤਬੇਲਿਆਂ ਵਿੱਚ ਬੱਧੇ ਹੋਏ ਹਨ। ਉਹਨਾਂ ਦਾ ਦਾਣਾ ਪੱਕਾ, ਤੂੜੀ, ਸਾਂਭ ਸੰਭਾਈ ਦਾ ਹੋਰ ਬੜੇ ਖਰਚੇ ਹੁੰਦੇ ਆ। ਧਨ ਦੇਤ ਲਹੰਤੇ। ਤੇ ਮਹਾਰਾਜ ਘੋੜੇ ਹੋਰ ਵੀ ਨਵੇਂ ਖਰੀਦਦੇ ਆ, ਚੰਗੀ ਨਸਲ ਦੇ। ਧਨ ਦੇ ਦੇ ਕੇ ਬੇਸ਼ਕੀਮਤੀ ਘੋੜੇ ਖਰੀਦਦੇ ਹਨ। ਸੇਵਾ ਹਿਤ ਸਭ ਪਸੁਨ ਕੇ। ਤੇ ਪਸ਼ੂਆਂ ਦੀ ਜਿਹੜੀ ਕੋਈ ਸੇਵਾ ਕਰਨੀ ਹੈ, ਸਾਂਭ ਸੰਭਾਲ ਕਰਨੀ, ਮਈਆਂ ਦੀ, ਗਾਈਆਂ ਦੀ, ਤੇ ਬਲਦਾਂ ਦੀ, ਘੋੜਿਆਂ ਆਦਿ ਦੀ। ਰਾਖੇ ਗਨ ਦਾਸਾ। ਬੜੇ ਦਾਸ ਮਹਾਰਾਜ ਨੇ ਰੱਖੇ ਹੋਏ ਆ। ਬੜੇ ਸਿੱਖ ਜਿਹੜੇ ਆ ਉਹ ਪਸ਼ੂਆਂ ਦੀ ਸੇਵਾ ਵਾਸਤੇ, ਮਈਆਂ ਗਾਈਆਂ ਘੋੜਿਆਂ ਨੂੰ ਸਾਂਭਣ ਵਾਸਤੇ ਕਈ 100 ਸੈਂਕੜੇ ਸਿੱਖ ਜਿਹੜੇ ਆ ਉਹ ਸੇਵਾ ਸਾਂਭਦੇ ਹਨ। ਲੇਤ ਚਾਕਰੀ ਸਕਲ ਸੋ। ਤੇ ਮਹਾਰਾਜ ਸੇਵਾ ਵੀ ਪ੍ਰਵਾਨ ਉਹਨਾਂ ਦੀ ਕਰਦੇ ਆ ਤੇ ਮਾਇਆ ਵੀ ਦਿੰਦੇ। ਪਾਤਸ਼ਾਹ ਜੀ ਉਹਨਾਂ ਨੂੰ ਗਰੀਬ ਨਵਾਜ ਮਾਇਆ ਦਿੰਦੇ ਬਖਸ਼ਿਸ਼ ਰੂਪ ਦੇ ਅੰਦਰ। ਸਤਿਗੁਰਾਂ ਦੇ ਘਰ ਦੀ ਚਾਕਰੀ ਕਰਦੇ ਆ ਤੇ ਪਾਤਸ਼ਾਹ ਤੋਂ ਧਨ ਲੈਂਦੇ ਹਨ। ਪ੍ਰਾਪਤ ਧਨ ਰਾਸਾ। ਉਹਨਾਂ ਨੂੰ ਵੀ ਬੜਾ ਖੁੱਲਾ ਡੁੱਲਾ ਮੂੰਹੋਂ ਮੰਗਿਆ
ਪਸ਼ੂਆਂ ਦੀ ਸੇਵਾ ਕਰਨ ਵਾਲੇ ਸਿੱਖਾਂ ਨੂੰ ਧਨ ਮਿਲ ਰਿਹਾ ਹੈ। ਅਪਰਥਾਨ ਜਿਸ ਕੇ ਨਹੀਂ। ਤੇ ਹੋਰ ਬਾਕੀ ਕਵੀ ਜੀ ਕਹਿੰਦੇ ਜਿਹਦਾ ਕੋਈ ਘਰ ਘਾਟ ਨਹੀਂ ਨਾ ਹੈ, ਜਿਹੜਾ ਘਰ ਨਹੀਂ, ਜਿਹਦਾ ਕੋਈ ਆਸਰਾ ਨਹੀਂ, ਕੋਈ ਪਰਿਵਾਰ ਟੱਬਰ ਟੀਰ ਨਹੀਂ ਹੈ, ਬਿਤ ਹੱਥ ਨ ਆਵੈ। ਤੇ ਜਿਹਦੇ ਰੋਟੀ ਪਾਣੀ ਵੀ ਹੱਥ 'ਚ ਨਹੀਂ ਆਉਂਦਾ ਗਾ, ਜਿਵੇਂ ਕੋਈ ਸਰੀਰ ਕਰਕੇ ਮਾਰਿਆ ਹੋਇਆ, ਜਾਂ ਕੋਈ ਜਿਹਦੇ ਕੋਲ ਕੋਈ ਨੌਕਰੀ ਕੋਈ ਰੋਜ਼ਗਾਰ ਨਹੀਂ, ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਜਿਸ ਦੇ। ਸੋ ਗੁਰ ਕੇ ਪੁਰ ਗਿਰ ਰਹੈ। ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਇੱਥੇ ਹੀ ਰਹਿੰਦੇ ਆ। ਉਹ ਜਿਹੜੇ ਜਿਨ੍ਹਾਂ ਦਾ ਕੋਈ ਨਹੀਂ ਖਰਚ ਪਾਣੀ ਚੱਲਦਾ, ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਟੱਬਰ ਲੈ ਕੇ ਰਹੀ ਜਾਂਦੇ ਹਨ। ਨਿਤ ਭੋਜਨ ਖਾਵੈ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਘਰੋਂ ਹੀ ਉਹ ਭੋਜਨ ਛਕਾ ਕੇ ਗੁਜ਼ਾਰਾ ਕਰ ਲੈਂਦੇ ਆ। ਤੋ ਇਸ ਤਰ੍ਹਾਂ ਗੁਰੂ ਗਰੀਬ ਨਵਾਜ ਮਹਾਰਾਜ ਦੇ ਘਰ ਕੋਈ ਰੋਕ ਟੋਕ ਨਹੀਂ ਹੈ। ਜਿਹਦਾ ਕੋਈ ਨਹੀਂ ਵੀ ਗੁਜ਼ਾਰਾ ਹੁੰਦਾ ਨਾ, ਉਹ ਵੀ ਗੁਰੂ ਘਰ ਰਹਿ ਕੇ ਤੇ ਖਾ ਪੀ ਕੇ ਆਨੰਦ ਮਾਣੀ ਜਾਂਦੇ ਆ। ਤੋ ਸਾਧ ਸੰਗਤ ਜੀ, ਭਾਵੇਂ ਹੁਣ ਵੇਖੀਦਾ ਹੈ ਕਈ ਵਾਰੀ ਜਿਹੜੇ ਕੋਈ ਸੇਵਾਦਾਰ ਹੈ, ਜਿਹੜਾ ਕੋਈ ਸੇਵਾ ਨਹੀਂ ਨਾ ਕਰਦਾ, ਕੋਈ ਉਹ ਪ੍ਰਸ਼ਾਦਾ ਛਕਣ ਆ ਜਾਵੇ ਤੇ ਉਹਨੂੰ ਇਸ ਤਰ੍ਹਾਂ ਘੂਰਦੇ ਆ ਵੀ ਅਖੇ ਜੀ ਇਹ ਵਿਹਲਾ ਹੈ, ਰੋਜ਼ ਪ੍ਰਸ਼ਾਦਾ ਛਕਣ ਆ ਜਾਂਦਾ। ਪਰ ਉਹਨਾਂ ਨੂੰ ਪੁੱਛੀਏ ਵੀ ਮਹਾਰਾਜ ਵੀ ਪ੍ਰਸ਼ਾਦਾ ਗੁਰੂ ਕਹਿ ਕੇ ਤੁਹਾਡਾ ਹੈ, ਜੇ ਤਾਂ ਤੁਹਾਡਾ ਹੈ ਤੇ ਨਾ ਛਕਾਓ, ਜੇ ਲੰਗਰ ਗੁਰੂ ਕਾ ਹੈ ਤੇ ਫਿਰ ਗੁਰੂ ਜਾਣੇ ਤੇ ਛਕਣ ਵਾਲਾ ਜਾਣੇ, ਜੋ ਨਹੀਂ ਸੇਵਾ ਕਰਦਾ ਤੇ ਉਹਦਾ ਦੇਣ ਦਾ ਰੋਹ ਹੈ। ਪਰ ਇਹ ਨਹੀਂ ਕਦੇ ਵਿਤਕਰਾ ਮਨ ਵਿੱਚ ਰੱਖਣਾ ਚਾਹੀਦਾ ਕਿਉਂਕਿ ਸਾਧ ਸੰਗਤ ਜੀ, ਕਿਸੇ ਨੂੰ ਛਕਾਉਣ ਲੱਗਿਆਂ, ਕਿਸੇ ਦੀ ਸੇਵਾ ਕਰਨ ਲੱਗਿਆਂ, ਉਹਦੇ ਵਿੱਚ ਜੇ ਪਰਮੇਸ਼ਰ ਦੀ ਜੋਤ ਵੇਖ ਕੇ ਸੇਵਾ ਕਰੀਏ ਤੇ ਸਫਲ ਹੈ। ਪਰ ਕਦੇ ਵੀ ਕਿਸੇ ਨੂੰ ਪ੍ਰਸ਼ਾਦਾ ਛਕਾਉਣ ਲੱਗਿਆਂ ਉਹਦਾ ਉਗਣ ਨਹੀਂ ਵੇਖਣਾ ਚਾਹੀਦਾ। ਜੇ ਸੇਵਾ ਕਰਨ ਪਰਉਪਕਾਰੀ ਹੁੰਦਾ ਹੀ ਉਹ ਹੈ ਜਿਹੜਾ ਕਿਸੇ ਦਾ ਉਗਣ ਨਾ ਚਿਤਾਰੇ, ਔਗਣ ਚਿਤਾਰੇ ਬਿਨਾਂ ਉਹਦੀ ਸੇਵਾ ਕਰੇ, ਉਹ ਸਾਧ ਸੰਗਤ ਜੀ ਪੂਰਨ ਗੁਰਸਿੱਖ ਹੈ। ਤੇ ਅਜੋਕੇ ਸਮੇਂ ਵਿੱਚ ਅਕਸਰ ਹੀ ਵੇਖੀਦਾ ਕਿ ਜੀ ਇਹ ਰਕਸ਼ੇ ਚਲਾਉਂਦੇ ਆ ਤੇ ਖਾਂਦੇ ਗੁਰੂ ਘਰੋਂ ਹੈ ਤੇ ਮਾਇਆ ਘਰੇ ਘੱਲੀ ਜਾਂਦੇ ਆ, ਉਹਦਾ ਕਾਰੋਬਾਰ ਕਰੀ ਜਾਂਦੇ ਆ। ਪਰ ਸਾਧ ਸੰਗਤ ਜੀ, ਲੰਗਰ ਜਿਹੜਾ ਗੁਰੂ ਕਾ ਹੈ, ਤੇ ਜੇ ਕੋਈ ਗੁਰੂ ਘਰ ਆ ਕੇ ਲੰਗਰ ਛਕਦਾ ਚਲਾਕੀ ਦੇ ਨਾਲ ਮਾਇਆ ਜੋੜਨ ਵਾਸਤੇ, ਤੇ ਕੋਈ ਗੱਲ ਨਹੀਂ, ਸਤਿਗੁਰ ਜਾਗਤਾ ਹੈ ਦਿਓ, ਭੂਲੀ ਮਲਣੀ ਹੈ ਇਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਸਭ ਕੁਝ ਜਾਣਦੇ ਹੈ। ਤੋ ਉਹ ਜਿਹੜਾ ਆਇਆ ਅਭਲਾਖੀ ਇੱਛਾ ਰੱਖ ਕੇ, ਕੋਈ ਅਭਿਆਗਤ ਆਇਆ, ਉਹ ਜਾਣੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਣਨ। ਜਿਨ੍ਹਾਂ ਦਾ ਲੰਗਰ ਹੈ ਅਸੀਂ ਕੇਵਲ ਤੇ ਕੇਵਲ ਵਰਤਾਵੇ ਹਾਂ, ਜਿੰਨਾ ਸਮਾਂ ਹੈ ਭੰਡਾਰੇ ਵਿੱਚ ਵਰਤਾਈ ਜਾਓ, ਜਦੋਂ ਨਾ ਹੋਵੇ ਤੇ ਚੜ੍ਹਦੀ ਕਲਾ। ਇਸ ਤਰ੍ਹਾਂ ਦਾ ਸੁਭਾਅ ਰੱਖ ਕੇ ਸੇਵਾ ਕਰੀਏ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਬੜੇ ਇਹੋ ਜਿਹੇ ਰਹਿੰਦੇ ਆ ਜਿਹੜੇ ਕਰਦੇ ਵੀ ਕੁਛ ਨਹੀਂ ਹੈ ਤੇ ਟੱਬਰ ਟੀਰ ਗੁਜ਼ਾਰਾ ਕਿਤੇ ਹੁੰਦਾ ਨਹੀਂ, ਤੇ ਗੁਰੂ ਘਰੇ ਆ ਕਰਕੇ ਆਪਣਾ ਸਮਾਂ ਪਾਸ ਕਰੀ ਜਾਂਦੇ ਆ। ਲੰਗਰ ਪ੍ਰਸ਼ਾਦਾ ਛਕ ਕੇ ਖਾ ਪੀ ਕੇ ਸੌਂ ਛੱਡਦੇ ਹਨ। ਮਾਨ ਨਿਮਾਨਣ ਕੇ ਪ੍ਰਭੂ। ਕਵੀ ਜੀ ਕਹਿੰਦੇ ਕਿਉਂ ਇਸ ਤਰ੍ਹਾਂ ਹੁੰਦਾ ਹੈ? ਕਿਉਂਕਿ ਗੁਰੂ ਅਰਜਨ ਦੇਵ ਜੀ ਤਾਂ ਨਿਮਾਣਿਆਂ ਦੇ ਮਾਣ ਹੈ। ਸਾਧ ਸੰਗਤ ਜੀ, ਜੇ ਜਿਹਦਾ ਕੋਈ ਘਰ ਘਾਟ ਨਹੀਂ, ਕੋਈ ਰੁਜ਼ਗਾਰ ਨਹੀਂ, ਉਹ ਜੇ ਗੁਰੂ ਘਰ ਆ ਕੇ ਖਾ ਲਵੇ, ਸੇਵਾ ਨਾ ਵੀ ਕਰੇ, ਸਾਧ ਸੰਗਤ ਜੀ, ਉਹ ਤਾਂ ਚਲੋ ਉਹਦੇ ਭਾਗ ਆ ਨਾ, ਕਿਉਂਕਿ ਬਿਨ ਭਾਗਾਂ ਕਿਛ ਪਾਈਐ ਨਾਹੀ, ਬਿਨ ਕਰਮਾਂ ਕਿਛ ਪਾਈਐ ਨਾਹੀ। ਕਰਮਾਂ ਤੋਂ ਬਿਨਾਂ ਸੇਵਾ ਨਹੀਂ ਨਾ ਹੁੰਦੀ। ਤੇ ਜੇ ਉਹ ਸੇਵਾ ਸਿਮਰਨ ਕੋਈ ਅਭਿਆਸ ਨਹੀਂ ਵੀ ਕਰਦਾ ਤੇ ਗੱਫਾ ਪਾਣੀ ਗੁਰੂ ਘਰੋਂ ਛਕੀ ਜਾਂਦਾ, ਉਹ ਪਾਤਸ਼ਾਹ ਮਹਾਰਾਜ ਜਾਣਨ। ਜੇ ਸਾਧ ਸੰਗਤ ਜੀ ਗੁਰੂ ਕੇ ਘਰ ਵਿੱਚ ਇਹੋ ਜਿਹਾ ਵਿਤਕਰਾ ਹੋਵੇ ਵੀ ਵੇਖ ਕੇ ਪ੍ਰਸ਼ਾਦਾ ਛਕਾਇਆ ਜਾਵੇ, ਫਿਰ ਕੌਣ ਕਹੇਗਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਵੀ ਨਿਮਾਣਿਆਂ ਦਾ ਮਾਣ, ਨਿਘਰਿਆਂ ਦਾ ਘਰ, ਨਿਧੀਰਿਆਂ ਦਾ ਧੀਰ, ਨਿਗਤਿਆਂ ਦੀ ਗਤ ਤੇ ਨਿਪਤਿਆਂ ਦੀ ਪਤ ਹੈ, ਨਿਗੁਰਿਆਂ ਦਾ ਗੁਰੂ ਹੈ, ਐਸਾ ਇਹ ਦਰ ਹੈ। ਤੋ ਕਵੀ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਘਰ ਜਿਹੜਾ ਹੈ, ਇਹ ਤਾਂ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਹੈ, ਅਨਾਥਿਆਂ ਦਾ ਨਾਥ ਹੈ। ਬਾਹ ਤਾਣ ਨਿਤਾਣੇ। ਤੇ ਜਿਹੜੇ ਨਿਤਾਣੇ ਉਹਨਾਂ ਦਾ ਤਾਣ ਹੈ, ਨਾਮ ਬਲ ਹੋਇਆ ਹੈ ਜਿਨ੍ਹਾਂ ਵਿੱਚ, ਉਹਨਾਂ ਦਾ ਬਲ ਸਤਿਗੁਰੂ ਅਰਜਨ ਦੇਵ ਹਨ। ਖਾਏ ਗੁਰੂ ਕੇ ਸਦਨ ਤੇ। ਇਸ ਤਰ੍ਹਾਂ ਬੜੇ ਸਿੱਖ ਹੈ, ਕੋਈ ਸੇਵਾ ਕਰਦੇ ਹੈ, ਕੋਈ ਨਹੀਂ ਕਰਦੇ, ਗੁਰੂ ਕੇ ਘਰੋਂ ਛਕਾ ਕੇ ਮਨ ਹੈ ਹਰ ਭਾਣੇ। ਤੇ ਪਰਮੇਸ਼ਰ ਦਾ ਭਾਣਾ ਮੰਨ ਕੇ ਇੱਥੇ ਰਹੀ ਰੁਈ ਜਾਂਦੇ ਹਨ। ਸਤਿਨਾਮ ਕੋ ਸਿਮਰੇ ਬੋ।
ਤੇ ਵਾਹਿਗੁਰੂ ਨਾਮ ਨੂੰ ਸਿੱਖ ਸੰਗਤਾਂ ਸਿਮਰਦੀਆਂ ਹਨ। ਪਸਰਿਓ ਜਗ ਸਾਰੇ। ਤੇ ਨਾਮ ਮਹਾਰਾਜ ਨੇ ਸਭ ਨੂੰ ਉਪਦੇਸ਼ ਦਿੱਤਾ ਸਿਮਰਨ ਦਾ। ਸਿਮਰਨ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਗੁਰਮੰਤਰ ਹੈ, ਕਵੀ ਜੀ ਕਹਿੰਦੇ ਸਾਰੇ ਸੰਸਾਰ ਵਿੱਚ ਫੈਲ ਰਿਹਾ ਹੈ, ਸਤਿਗੁਰਾਂ ਦੀ ਸੋਭਾ ਫੈਲ ਰਹੀ ਹੈ। ਭਗਤ ਕਰਹਿ ਮਿਲ ਸੰਗਤਾਂ। ਬੇਅੰਤ ਸੰਗਤਾਂ ਅੰਮ੍ਰਿਤਸਰ ਸਾਹਿਬ ਵਿੱਚ ਮਿਲ ਕੇ ਰਲ ਕੇ ਭਗਤੀ ਕਰਦੀਆਂ ਨੇ। ਗੁਰ ਸੋ ਜਸ ਉਚਾਰੇ। ਪਾਤਸ਼ਾਹ ਦਾ ਬੇਅੰਤ ਬੇਅੰਤ ਸੋਭਾ ਜਸ ਵਡਿਆਈ ਉਚਾਰਦੀਆਂ ਮੂੰਹੋਂ। ਤਜੈ ਵਿਕਾਰਨ ਕੋ ਹਿਰਦੈ। ਤੇ ਵਿਸ਼ੇ ਵਿਕਾਰਾਂ ਨੂੰ ਹਿਰਦੇ ਵਿੱਚੋਂ ਤਿਆਗਦੀਆਂ, ਗੁਣ ਗ੍ਰਹਿਣ ਕਰਦੇ ਐ ਤੇ ਔਗਣ ਛੱਡਦੇ ਹਨ। ਗੁਣ ਗਨ ਉਪਜਾਵੈ। ਬੇਅੰਤ ਤਰ੍ਹਾਂ ਦੇ ਗੁਣ ਜਿਹੜੇ ਹਿਰਦੇ ਵਿੱਚ ਪੈਦਾ ਕੀਤੇ ਜਾ ਰਹੇ ਹਨ। ਸੁਣਹਿ ਉਚਾਰਹਿ ਕੀਰਤਨ। ਬੇਅੰਤ ਜਿਹੜੇ ਰਾਗੀ ਸਿੱਖ ਹੈ ਉਹ ਕੀਰਤਨ ਗਾਉਂਦੇ ਆ, ਤੇ ਕਈ ਸਿੱਖ ਬੇਅੰਤ ਗਿਣਤੀ ਵਿੱਚ ਕੀਰਤਨ ਸੁਣ ਰਹੇ ਹਨ। ਪ੍ਰਭ ਪ੍ਰੀਤ ਲਗਾਵੈ। ਤੇ ਪ੍ਰਭੂ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰੀਤੀ ਪ੍ਰੇਮ ਲਗਾ ਕੇ ਸੰਗਤਾਂ ਰੱਖਦੀਆਂ ਨੇ। ਸਲਿਤਾ ਸੁੰਦਰ ਭਗਤ ਕੀ। ਅਲੰਕਾਰ ਬਨ ਕੇ ਕਵੀ ਕਹਿੰਦੇ ਆ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਜਿਹੜੀ ਭਗਤੀ ਹੈ ਨਾ, ਸੋਭਾ ਭਗਤੀ ਸੋਭਾ ਦੀ ਨਦੀ ਵਹਿ ਰਹੀ ਹੈ ਸੁੰਦਰ। ਸਭ ਦੇਸ਼ ਬਿਥਾਰੀ। ਕੱਲੇ ਅੰਮ੍ਰਿਤਸਰ ਜਾਂ ਪੰਜਾਬ ਦੇ ਅੰਦਰ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਭਗਤੀ ਦੀ ਨਦੀ ਸਾਰੇ ਦੁਨੀਆ ਸੰਸਾਰ ਅੰਦਰ ਚਾਰੇ ਦਿਸ਼ਾਵਾਂ ਦੇ ਵਿੱਚ ਵਹਾ ਦਿੱਤੀ ਹੈ। ਸਿੱਖ ਮੀਨ ਨਹਿ ਤਜ ਸਕਹਿ। ਤੇ ਸਿੱਖ ਇਸ ਭਗਤੀ ਰੂਪ ਨਦੀ ਵਿੱਚ ਮੱਛੀ ਬਣੇ ਹੋਏ ਆ। ਭਗਤੀ ਨੂੰ ਛੱਡ ਨਹੀਂ ਸਕਦੇ, ਜਿਵੇਂ ਮੱਛੀ ਪਾਣੀ ਨਹੀਂ ਛੱਡਦੀ ਹੈ। ਸਰਧਾ ਬਰਬਾਰੀ। ਤੇ ਬੜੀ ਸ਼ਰਧਾ ਰੂਪੀ ਪਾਣੀ ਭਰਿਆ ਹੋਇਆ ਭਗਤੀ ਰੂਪੀ ਨਦੀ ਦੇ ਅੰਦਰ, ਤੇ ਸਿੱਖ ਮੱਛੀਆਂ ਬਣੇ ਹੋਏ ਹਨ। ਸਤਿਗੁਣ ਕਮਲ ਪ੍ਰਫੁੱਲਿਅਤੇ। ਤੇ ਜਿਵੇਂ ਨਦੀ ਦੇ ਕੰਢੇ ਕਮਲਾਂ ਦੀ ਬਗੀਚੀ ਹੁੰਦੀ ਹੈ, ਜਿਹੜੇ ਸਤਿਗੁਣ ਹੈ, ਦੈਵੀ ਸੰਪਦਾ, ਸਤ ਸੰਤੋਖ, ਦਇਆ, ਧਰਮ, ਵਿਚਾਰ, ਇਹੋ ਜਿਹੇ ਜਿਹੜੇ ਸ਼ੁਭ ਗੁਣ ਹੈ, ਕਵੀ ਜੀ ਕਹਿੰਦੇ ਉਹ ਕਮਲਾਂ ਦੀ ਬਗੀਚੀ ਬਣੇ ਹੋਏ ਐ। ਜਨ ਗਨ ਜਲ ਜਨਤਾ। ਤੇ ਜਿਹੜੇ ਜਿੰਨੇ ਜਲ ਦੇ ਜੰਤੂ ਸਾਰੇ ਸਿੱਖ ਸੰਗਤਾਂ ਹਨ। ਭ੍ਰਮ ਬੇਮੁਖਤਾ ਕੂਲ ਦਵੈ। ਭ੍ਰਮ ਤੇ ਬੇਮੁਖਤਾ ਇਹ ਦੋ ਕਿਨਾਰੇ ਹਨ। ਸੰਸੇ ਤਰ ਹੰਤ ਹੰਤਾ। ਤੇ ਇਹ ਭਗਤੀ ਰੂਪੀ ਨਦੀ ਦੇ ਦੋ ਕੰਢੇ, ਭਰਮ ਤੇ ਬੇਮੁਖਤਾ, ਇਹ ਦੋ ਕੰਢੇ ਐ। ਤੇ ਇਹਨਾਂ ਕੰਢਿਆਂ ਦੇ ਉੱਪਰ ਜਿਹੜਾ ਰੁੱਖ ਖੜਾ ਹੋਇਆ ਹੈ ਉਹ ਸੰਸਿਆ ਰੂਪੀ ਹੈ। ਬ੍ਰਹਮ ਗਿਆਨ ਸਾਗਰ ਮਹਾ। ਤੇ ਨਦੀ ਜਿਵੇਂ ਕੰਢੇ ਵੱਢਦੀ ਰੁੱਖ ਡੇਗਦੀ ਆ ਨਾ, ਭਗਤੀ ਰੂਪੀ ਨਦੀ ਸਿੱਖਾਂ ਦੇ ਹਿਰਦੇ ਅੰਦਰ ਜਿਹੜੇ ਸੰਸਾ ਰੂਪੀ ਰੁੱਖ ਉੱਗੇ ਹੋਏ ਆ ਉਹਨਾਂ ਨੂੰ ਵਹਾ ਕੇ ਲੈ ਜਾਂਦੀ ਆ। ਤੇ ਬ੍ਰਹਮ ਗਿਆਨ ਜਿਹੜਾ ਉਹ ਮਹਾਨ ਸਾਗਰ ਹੈ, ਕਿਉਂਕਿ ਨਦੀ ਚੱਲਦੀ ਤਾਂ ਹੈ ਨਾ, ਨਦੀਆ ਤੇ ਵਾਹ ਪਵਹਿ ਸਮੁੰਦਰ ਵੱਲ ਨੂੰ ਦੌੜਦੀ ਨਦੀ, ਜਿਵੇਂ ਅੰਤ ਨੂੰ ਸਮੁੰਦਰ 'ਚ ਪੈਂਦੀ ਹੈ। ਇਹ ਭਗਤੀ ਰੂਪੀ ਨਦੀ ਵਹੀ ਜਾਂਦੀ ਹੈ ਸਿੱਖਾਂ ਦੇ ਹਿਰਦੇ ਅੰਦਰ, ਵਹਿੰਦੀ ਵਹਿੰਦੀ ਜਿਹੜਾ ਬ੍ਰਹਮ ਗਿਆਨ ਰੂਪੀ ਸਾਗਰ ਹੈ ਮਹਾਨ, ਤਿਸ ਕੋ ਸਮੁਹਾਈ। ਉਹਨੂੰ ਸਨਮੁਖ ਹੋ ਕਰਕੇ ਵਹਿ ਰਹੀ ਹੈ। ਮਨ ਉਹਦੇ ਵਿੱਚ ਪੈਣਾ ਇੱਕ ਦਿਨ ਨੂੰ। ਪ੍ਰਾਪਤ ਸਭ ਥਲ ਮਹਿ ਸੁਗਮ। ਤੇ ਹੁਣ ਨਦੀ ਜਿਹੜੀ ਹੈ ਉਹ ਕਈ ਨਦੀਆਂ ਤੇਜ਼ ਵਹਿਣ ਕਰਕੇ ਉਹਦਾ ਪਾਣੀ ਹੱਥ ਨਹੀਂ ਨਾ ਆਉਂਦਾ, ਰੋੜ ਕੇ ਲੈ ਜਾਂਦਾ ਹੈ। ਪਰ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਜਿਹੜੀ ਭਗਤੀ ਦੀ ਨਦੀ ਵਹਿੰਦੀ ਹੈ, ਸਾਰਿਆਂ ਦੇ ਹੱਥ ਸੌਖੀ ਆ ਜਾਂਦੀ ਹੈ। ਇਹਦਾ ਜਿਹੜਾ ਨਾਮ ਸਿਮਰਨ ਰੂਪੀ ਜਲ ਹੈ ਨਾ, ਕਵੀ ਜੀ ਕਹਿੰਦੇ ਸੌਖਾ ਹੈ ਛਕਣਾ, ਹਰੇਕ ਗਰੀਬ ਅਮੀਰ ਦੇ ਹੱਥ ਆ ਜਾਂਦਾ ਹੈ। ਸੁਰ ਗਨ ਕੋ ਪਾਈ। ਜਿੰਨੇ ਦੇਵੀ ਦੇਵਤੇ ਸਾਰਿਆਂ ਦੇ ਮਨ ਨੂੰ ਭਾ ਜਾਣ ਵਾਲੀ ਹੈ। ਕੌਣ ਕੌਣ ਗੁਣ ਗੁਰੂ ਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਭਾਈ ਸਾਧ ਸੰਗਤ ਸਰੋਤਾ ਜਨੋ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਦੇ ਕਿਹੜੇ ਕਿਹੜੇ ਗੁਣ, ਕਿਹੜੀ ਕਿਹੜੀ ਸੋਭਾ ਜੋ ਕਬ ਬਰਨ ਸੁਣਾਵੈ। ਮੈਂ ਕਵੀ ਸੰਤੋਖ ਸਿੰਘ ਵਰਨ ਕੇ ਸੁਣਾਵਾਂ, ਵਰਣਨ ਕਰਕੇ ਸੁਣਾਵਾਂ, ਖੋਲ ਕੇ ਸੁਣਾਵਾਂ। ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤਿਰੁ ਅੰਤ ਨ ਕਿਨਹੀ ਲਹੀ ਹੈ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਤੋ ਕਵੀ ਜੀ ਕਹਿੰਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤੁਹਾਡੇ ਗੁਣ ਬਹੁਤੇ ਹੈ, ਤੇ ਮੈਂ ਬੁੱਧ ਨਹੀਂ ਮੇਰੀ ਇੰਨੀ ਕਿ ਤੁਹਾਡੇ ਗੁਣ ਜਿਹੜੇ ਵੈ ਪੂਰੇ ਪੂਰੇ ਬਿਆਨ ਕਰਕੇ ਲਿਖ ਸਕਾਂ ਇੱਥੇ। ਸ਼ੇਖ ਸਾਰਦਾ ਕਹਿਣ ਤੇ। ਜਿਵੇਂ ਸ਼ੇਸ਼ ਨਾਗ ਤੇ ਸਾਰਦਾ ਹੈ, ਸਰਸਵਤੀ ਜਿਸ ਨੂੰ ਕਹਿੰਦੇ ਆ, ਇਹਦੇ ਕਹਿਣ ਤੇ ਮਨ ਮਹਿ ਸਕੁਚਾਵੈ। ਮਨ ਵਿੱਚ ਭਾਵ ਤੁਹਾਡੇ ਗੁਣ ਤਾਂ ਸ਼ੇਸ਼ ਨਾਗ ਵਰਗਿਆਂ ਤੋਂ ਨਹੀਂ ਕਹੇ ਜਾਂਦੇ, ਜਿਹਦੀ 2000 ਜੇਬ ਹੈ ਤੇ 1000 ਸਿਰ ਮੰਨਿਆ ਹੋਇਆ।
ਉਹ ਨਵੇਂ ਨਾਮ ਉਚਾਰਦਾ ਹੈ, ਪਰ ਫਿਰ ਵੀ ਤੁਹਾਡਾ ਅੰਤ ਜਿਹੜਾ ਉਹ ਨਹੀਂ ਪਾਇਆ ਜਾਂਦਾ ਹੈ। ਤੋ ਸ਼ਾਰਦਾ ਵਰਗੀਆਂ ਦੇਵੀਆਂ ਵੀ ਤੁਹਾਡੇ ਗੁਣ ਗਾਉਂਦੀਆਂ, ਉਹ ਵੀ ਮਨ ਵਿੱਚ ਸੰਕੋਚ ਕਰਦੀਆਂ, ਪੂਰੇ ਗੁਣ ਨਹੀਂ ਗਾਏ ਜਾਂਦੇ ਹਨ। ਦੋਹਰਾ ਨਰ ਤਨ ਸਾਂਗੀ ਜਿਮ ਤਰਿਓ। ਤੋ ਕਵੀ ਜੀ ਕਹਿੰਦੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਹੈ ਤਾਂ ਪਰਮੇਸ਼ਰ, ਪਰ ਵੇਖੋ ਇਹਨਾਂ ਨੇ ਆਮ ਸਧਾਰਨ ਮਨੁੱਖਾਂ ਵਾਲਾ ਲਿਬਾਸ ਤੇ ਐਂ ਮਨੁੱਖਾਂ ਵਰਗਾ ਹੀ ਸਰੀਰ ਹੱਡ ਚੰਮ ਦਾ ਧਾਰਿਆ ਹੈ। ਕਰਹਿ ਨਿਬਾਹਨ ਸੋਏ। ਤੇ ਧਰਤੀ ਉੱਪਰ ਜੀਵਾਂ ਨੂੰ ਤਾਰਦੇ ਹੋਏ ਸਮਾਂ ਬਤੀਤ ਕਰ ਰਹੇ ਹਨ। ਰੂਪ ਦੁਰਾਵੈ ਪ੍ਰਥਮ ਕੋ। ਜਿਹੜਾ ਪ੍ਰਥਮ ਰੂਪ ਹੈ ਅਕਾਲ ਪੁਰਖ ਵਾਲਾ ਇਹਨਾਂ ਦਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੁਕਾ ਕੇ ਰੱਖਦੇ, ਵੀ ਕਿਸੇ ਨੂੰ ਜਣਾਉਂਦੇ ਨਹੀਂ ਅਸੀਂ ਪਰਮੇਸ਼ਰ ਹਾਂ। ਕਵ ਸੰਤੋਖ ਸਿੰਘ ਜੋਏ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਵੇਖ ਲਓ ਭਾਈ, ਇਹੋ ਜਿਹੇ ਨਿਮਰਤਾ ਦੇ ਪੁੰਜ ਕਹੇ ਜਾਂਦੇ ਗੁਰੂ ਅਰਜਨ ਦੇਵ ਸਾਹਿਬ ਵੀ ਹੈ ਤਾਂ ਪਰਮੇਸ਼ਰ, ਪਰ ਸਧਾਰਨ ਮਨੁੱਖਾਂ ਵਾਂਗੂ ਰਹਿੰਦੇ ਐ ਤੇ ਸਰੂਪ ਲੁਕਾਉਂਦੇ ਐ, ਵੀ ਜਣਾਉਂਦੇ ਨਹੀਂ ਅਸੀਂ ਪਰਮੇਸ਼ਰ ਹਾਂ। ਦੋਹਰਾ ਨਿਤ ਪ੍ਰਤਾਪ ਅਰ ਸੁਜਾਸ ਕੋ। ਇਸ ਤਰ੍ਹਾਂ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪ੍ਰਤਾਪ ਨਿਤ ਵੱਧ ਰਿਹਾ ਹੈ। ਸਤਿਗੁਰੂ ਸਾਹਿਬ ਮਹਾਰਾਜ ਦੀ ਬੜੀ ਸੋਭਾ ਸੰਸਾਰ ਵਿੱਚ ਫੈਲ ਰਹੀ ਹੈ। ਸੁਨ ਸੁਨ ਪ੍ਰਿਥਿਆ ਕਾਨ। ਤੇ ਪ੍ਰਿਥੀ ਚੰਦ ਜਿਵੇਂ ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੋਭਾ ਵਡਿਆਈ ਸੁਜਸ ਸੁਣਦਾ ਹੈ, ਬਹੁਤ ਬਿਸੂਰਤ ਦੁਖਤ ਹੈ। ਓਨਾ ਹੀ ਦੁਖੀ ਹੁੰਦਾ ਹੈ। ਉਹ ਝੂਰਦਾ ਹੈ ਮਹਾਰਾਜ ਦੀ ਸੋਭਾ ਸੁਣ ਸੁਣ ਕੇ। ਰੁਚਹਿ ਨ ਭੋਜਨ ਖਾਨ। ਤੇ ਪਾਤਸ਼ਾਹ ਦੀ ਚੜ੍ਹਾਈ ਪ੍ਰਤਾਪ ਤੇਜ ਵੇਖ ਕੇ ਪ੍ਰਿਥੀ ਚੰਦ ਖਾਣਾ ਪੀਣਾ ਵੀ ਛੱਡ ਗਿਆ। ਇਹਨੂੰ ਭੋਜਨ ਵੀ ਖਾਣ ਨੂੰ ਚੰਗਾ ਨਹੀਂ ਲੱਗਦਾ, ਰੁਚੀ ਨਹੀਂ ਰਹਿ ਗਈ ਖਾਣ ਪੀਣ ਵਿੱਚ। ਸਵਈਆ ਛੰਦ ਸੋ ਜਸ ਗੁਰੂ ਕੋ ਕ੍ਰਿਤ ਸਮ ਜਾਨਾ। ਕਵੀ ਜੀ ਕਹਿੰਦੇ ਆ ਵੀ ਪ੍ਰਿਥੀ ਚੰਦ ਦੇ ਹਿਰਦੇ ਵਿੱਚ ਅੱਗ ਲੱਗੀ ਹੋਈ ਹੈ ਈਰਖਾ ਦੀ। ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਡਿਆਈ ਸੋਭਾ ਹੈ ਨਾ, ਇਹ ਮਾਨੋ ਜਿਵੇਂ ਦੇਸੀ ਘਿਓ ਹੁੰਦਾ ਹੈ। ਪ੍ਰਿਥੀਆ ਜਰੈ ਹੁਤਾਸਨ ਹੋਏ। ਤੇ ਪ੍ਰਿਥੀਆ ਦਾ ਹਿਰਦਾ ਜਿਹੜਾ ਪ੍ਰਿਥੀ ਚੰਦ ਦਾ, ਉਹਦੇ ਵਿੱਚ ਈਰਖਾ ਦੀ ਅੱਗ ਬਲਦੀ, ਜਿਵੇਂ ਅੱਗ ਤੇ ਘਿਓ ਪੈਂਦਾ ਹੈ। ਤੇ ਜਦੋਂ ਪ੍ਰਿਥੀ ਚੰਦ ਕੋਲ ਕੋਈ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਕਰਦਾ ਹੈ ਨਾ, ਤੇ ਪ੍ਰਿਥੀ ਚੰਦ ਦੇ ਹਿਰਦੇ ਅੰਦਰ ਜਿਹੜੀ ਈਰਖਾ ਦੀ ਅੱਗ ਹੈ ਉਹ ਹੋਰ ਭਾਂਬੜ ਬਣਦੀ ਹੈ। ਗੁਰ ਕੀਰਤ ਬਰਖਾ ਜਿਮ ਪਾਵਸ। ਤੇ ਗੁਰੂ ਕੀ ਜਿਹੜੀ ਕੀਰਤੀ ਹੈ ਉਹ ਤਾਂ ਐ ਹੈ ਜਿਵੇਂ ਬਰਖਾ ਹੁੰਦੀ ਹੈ, ਬਾਰਿਸ਼ ਹੁੰਦੀ ਹੈ, ਮੀਂਹ ਦਾ ਜਲ ਹੁੰਦਾ ਹੈ। ਹਿਰਦਾ ਜਵਾਸੋ ਜਰ ਜਰ ਖੋਏ। ਤੇ ਜਿਹੜਾ ਪ੍ਰਿਥੀ ਚੰਦ ਦਾ ਹਿਰਦਾ ਉਹ ਜਵਾਹਾਂ ਹੈ। ਜਦੋਂ ਸਾਧ ਸੰਗਤ ਜੀ ਮੀਂਹ ਪੈਂਦੇ ਆ ਨਾ, ਤੇ ਦੂਜੇ ਰੁੱਖ ਤਾਂ ਹਰੇ ਹੋ ਜਾਂਦੇ, ਤੇ ਜਵਾਹਾਂ ਜਿਹੜਾ ਹੁੰਦਾ ਉਹ ਮੀਂਹ ਪੈਣ ਨਾਲ ਸੜ ਜਾਂਦਾ। ਜਿਵੇਂ ਅੱਕ ਨੂੰ ਵੀ ਇਹ ਸੁਭਾਅ ਅੱਕ ਦਾ, ਖੁਸ਼ਕੀ ਜਿੰਨੀ ਵੱਧ ਹੁੰਦੀ ਅੱਕ ਓਨਾ ਪ੍ਰਫੁੱਲਤ ਹੁੰਦਾ ਹੈ। ਜਦੋਂ ਬਾਰਿਸ਼ਾਂ ਪੈਣ ਲੱਗ ਪੈਂਦੀਆਂ ਤੇ ਅੱਕ ਸੜਨ ਲੱਗ ਪੈਂਦਾ ਹੈ। ਪ੍ਰਿਥੀ ਚੰਦ ਜਿਹੜਾ ਉਹ ਅੱਕ ਵਰਗਾ ਹੈ, ਜਵਾਹੇ ਵਰਗਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਡਿਆਈ ਸਾਉਣ ਦੇ ਮਹੀਨੇ ਦੀ ਬਾਰਿਸ਼ ਵਰਗੀ ਹੈ। ਜਿੰਨੀ ਵਡਿਆਈ ਵਧੀ ਜਾਂਦੀ ਹੈ, ਪ੍ਰਿਥੀ ਚੰਦ ਜਵਾਹੇ ਵਾਂਗੂ ਸੜਦਾ ਹੈ ਤੇ ਬਹੁਤ ਖੁਣਸ ਖਾਂਦਾ ਹੈ। ਚਿੰਤਾ ਸਲੇਤਾ ਕਰਹਿ ਬਧਾਵਨ। ਦਿਨ ਬਰ ਦਿਨ ਜਿਹੜੀ ਚਿੰਤਾ ਰੂਪੀ ਨਦੀ ਹੈ ਪ੍ਰਿਥੀ ਚੰਦ ਦੇ ਹਿਰਦੇ ਵਿੱਚ ਵੱਧ ਰਹੀ ਹੈ। ਬਹਿਓ ਜਾਤ ਮਨ ਥਿਰਹਿ ਨ ਕੋਏ। ਇਹਦਾ ਮਨ ਚਿੰਤਾ ਰੂਪੀ ਨਦੀ ਵਿੱਚ ਵਹੀ ਜਾਂਦਾ ਹੈ, ਹੁਣ ਮਨ ਨੂੰ ਟਿਕਾ ਨਹੀਂ ਰਹਿ ਗਿਆ ਹੈ। ਸੰਕਟ ਨੀਰ ਵਧੈ ਨਿਤ ਪ੍ਰਤ ਹੀ। ਤੇ ਦੁੱਖਾਂ ਸੰਕਟਾਂ ਰੂਪੀ ਨੀਰ ਜਿਹੜਾ ਪ੍ਰਿਥੀ ਚੰਦ ਦੇ ਹਿਰਦੇ ਰੂਪੀ ਨਦੀ ਵਿੱਚ, ਚਿੰਤਾ ਰੂਪੀ ਨਦੀ ਵਿੱਚ ਵੱਧ ਰਿਹਾ ਹੈ। ਤਾਟ ਨਿਚਿੰਤ ਨਹਿ ਪਾਵਤ ਸੋਏ। ਤੇ ਨਿਚਿੰਤਾ ਰੂਪੀ ਜਿਹੜਾ ਕਿਨਾਰਾ ਹੈ ਪ੍ਰਿਥੀ ਚੰਦ ਨੂੰ ਪ੍ਰਾਪਤ ਨਹੀਂ ਹੋ ਰਿਹਾ ਕਿਸੇ ਪਾਸੋਂ ਵੀ। ਚਿੰਤਾ ਵੱਧਦੀ ਜਾਂਦੀ ਹੈ, ਸਬਰ ਸੰਤੋਖ ਮੁੱਕਦਾ ਜਾਂਦਾ ਹੈ। ਹੇਰ ਹੇਰ ਪਤ ਕੋ ਮੁਖ ਕਰਮੋ। ਤੇ ਇਧਰ ਜਿਹੜੀ ਪ੍ਰਿਥੀ ਚੰਦ ਦੀ ਪਤਨੀ ਹੈ ਨਾ, ਬੀਬੀ ਕਰਮੋ, ਇਹ ਆਪਦੇ ਪਤੀ ਨੂੰ ਦਿਨ ਬਰ ਦਿਨ ਸੁੱਕਦਾ ਜਾਂਦਾ ਹੈ। ਝੋਰੇ ਵਿੱਚ ਸਾਰਾ ਦਿਨ ਜਿਹੜਾ ਵਾ ਸਿਰ ਸੁੱਟ ਕੇ ਗੋਡਿਆਂ ਵਿੱਚ ਬੈਠਾ ਜਾਣ ਕੇ ਬਹੁਤ ਦੁਖੀ ਹੋਏ ਨੂੰ ਜਦੋਂ ਵੇਖਦੀ ਹੈ। ਧੀਰਜ ਦੇਤ ਨਾ ਕਰੀਐ ਹੈ ਚਿੰਤ। ਤੇ ਧੀਰਜ ਦਿੰਦੀ ਬੀਬੀ ਕਰਮੋ, ਇਹ ਪਤੀ ਜੀ ਤੁਸੀਂ ਐਵੇਂ ਨਾ ਸਾਰਾ ਦਿਨ ਮਨ ਵਿੱਚ ਚਿੰਤਾ ਕਰਿਆ ਕਰੋ। ਤਨ ਕੋ ਭਖਿਅਤ ਹੈ ਨਿਸ ਦਿਨ ਮੈਂ ਹੈ। ਕਿਉਂ ਤੁਸੀਂ ਆ ਜਿਹੜੀ ਚਿੰਤਾ ਕਰਦੇ ਹੋ, ਚਿੰਤਾ ਤਾਂ ਮਨੁੱਖ ਨੂੰ, ਸਰੀਰ ਨੂੰ ਦਿਨੋਂ ਦਿਨ ਖਾ ਜਾਂਦੀ ਹੈ। ਆਤ ਦੁਰਬਲ ਤਤ ਮਹਿ ਕਰੰਤ। ਜਰਾ ਵੇਖੋ ਤੁਸੀਂ ਚਿੰਤਾ ਕਰ ਕਰਕੇ ਕੀ ਹਾਲ ਬਣਾ ਲਿਆ। ਚਿੰਤਾ ਚਿਖਾ ਵਰਗੀ ਪਤੀ ਜੀ, ਤੁਹਾਡਾ ਸਰੀਰ ਬਿਲਕੁਲ ਦੁਰਬਲ ਹੋ ਚੁੱਕਿਆ ਹੈ, ਸੁੱਕ ਚੁੱਕੇ ਹੋ ਝੋਰੇ ਨਾਲ। ਰੁਚ ਸੋ ਖਾਨ ਪਾਨ ਨਹਿ ਕਰਤੇ। ਬੜੇ ਸਮੇਂ ਤੋਂ ਜਦੋਂ ਦਾ ਸੁਲਹੀ ਮਰ ਗਿਆ, ਤੁਸਾਂ ਨੇ ਤਾਂ
ਖਾਣਾ ਪੀਣਾ ਵੀ ਰੁਚੀ ਨਾਲ ਛੱਡ ਦਿੱਤਾ ਹੈ। ਕੋ ਬਹੁਤਾ ਖੁਸ਼ ਹੋ ਕੇ ਛਕਦੇ ਨਹੀਂ ਕੁਝ। ਔਰ ਕੋ ਹਰਖ ਮਹਾ ਨਿਤ ਹੰਤ। ਹਾਂ, ਤੁਹਾਨੂੰ ਤਾਂ ਰੋਜ਼ ਹਿਰਦੇ ਦਾ ਜਿਹੜਾ ਹਰਖ ਹੈ ਉਹ ਦਿਨੋਂ ਦਿਨ ਤੁਹਾਡਾ ਘਟਦਾ ਜਾਂਦਾ ਹੈ। ਖੁਸ਼ੀਆਂ ਤੁਹਾਡੀਆਂ ਮਰ ਗਈਆਂ ਹਨ। ਚਿੰਤਾ ਸਮ ਬੈਰੀ ਨਹਿ ਦੂਸਰ। ਇਸ ਕਰਕੇ ਆਪਦਾ ਦੁੱਖ ਛੱਡੋ ਪਤੀ ਜੀ। ਜਿਹੜੀ ਚਿੰਤਾ ਹੈ ਨਾ, ਚਿੰਤਾ ਵਰਗਾ ਸੰਸਾਰ ਤੇ ਮਨੁੱਖ ਦਾ ਕੋਈ ਵੈਰੀ ਨਹੀਂ ਹੁੰਦਾ। ਅੰਤਰ ਬਾਰ ਕੈ ਦੁਖ ਬਰਧੰਤ। ਜਿਹਦੇ ਅੰਦਰ ਚਿੰਤਾ ਵੜ ਜਾਂਦੀ ਹੈ ਪਤੀ ਜੀ, ਉਹਦਾ ਸੁੱਖ ਨਾਸ਼ ਹੋ ਜਾਂਦੇ ਆ ਤੇ ਦੁੱਖ ਵਧਣ ਲੱਗ ਪੈਂਦੇ ਹਨ। ਯਤਨ ਅਨੇਕ ਕਰਹੁ ਜੁਤ ਉਦਮ। ਤੇ ਨਾਲ ਹੀ ਕਹਿੰਦੀ ਆ ਤੁਹਾਨੂੰ ਹੋਰ ਬੜੇ, ਜੇ ਕੀ ਹੋਇਆ ਸੁਲਹੀ ਮਰ ਗਿਆ, ਤੁਹਾਨੂੰ ਹੋਰ ਵੀ ਬੜਾ ਯਤਨ ਕਰਨਾ ਚਾਹੀਦਾ ਹੈ, ਉਦਮ ਕਰਨਾ ਚਾਹੀਦਾ ਹੈ ਗੁਰਤਾ ਲੈਣ ਵਾਸਤੇ। ਮਿੱਤਰ ਨਾ ਕੋ ਉਤਸਾਹੋ ਸਮਾਨ। ਕਿਉਂਕਿ ਉਦਮ ਦੇ ਵਰਗਾ ਸੰਸਾਰ ਵਿੱਚ ਕੋਈ ਮਿੱਤਰ ਨਹੀਂ ਹੁੰਦਾ ਮਨੁੱਖ ਦਾ। ਚਿੰਤਾ ਵਰਗਾ ਕੋਈ ਦੁਸ਼ਮਣ ਨਹੀਂ ਤੇ ਪਤੀ ਜੀ ਉਦਮ ਵਰਗਾ ਕੋਈ ਮਿੱਤਰ ਨਹੀਂ। ਤੁਹਾਨੂੰ ਗੁਰਿਆਈ ਖੋਹਣ ਵਾਸਤੇ ਹੋਰ ਉਦਮ ਕਰਨਾ ਚਾਹੀਦਾ ਹੈ। ਸੁਲਹੀ ਹੋ ਤੋ ਸਹਾਇਕ ਮਰੇਗਾ। ਮੈਨੂੰ ਪਤਾ ਹੈ ਤੁਹਾਡਾ ਮਿੱਤਰ ਸੀ ਸੁਲਹੀ, ਜਿਹਨੇ ਤੁਹਾਡੀ ਸਹਾਇਤਾ ਕਰਨੀ ਸੀ ਅਰਜੁਨ ਦੇਵ ਨੂੰ ਫੜਨ ਵਿੱਚ, ਪਰ ਕੋਈ ਗੱਲ ਨਹੀਂ, ਜੋ ਮਰ ਗਿਆ ਹੈ ਚੜ੍ਹਾਈ ਕਰ ਗਿਆ ਹੈ। ਅਬ ਚੰਦੂ ਬੱਡ ਸ਼ਾਹੋ ਦੀਵਾਨ। ਪਰ ਵੇਖੋ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹੈ, ਖਾਸਮ ਖਾਸ ਜਿਹੜਾ ਚੰਦੂ ਹੈ। ਮੁਲਾਕਾਤ ਕਰ ਮਸਲਤ ਠਾਨੀ। ਤੇ ਮੈਂ ਕਹਿੰਨੀ ਆ ਵੀ ਤੁਸੀਂ ਉਹਦੇ ਨਾਲ ਪਿੱਛੇ ਜੇ ਮੁਲਾਕਾਤ ਵੀ ਕਰਕੇ ਆਏ ਹੋ। ਪਿੱਛੇ ਦਿੱਲੀ ਗਏ ਸੀ ਤੁਸੀਂ ਤੇ ਤੁਸੀਂ ਬੜੀਆਂ ਸਕੀਮਾਂ ਵੀ ਕੀਤੀਆਂ ਸਨ। ਤਿਸ ਕੋ ਪੁਸ਼ਟ ਕਰਹੁ ਹਿਤ ਠਾਨ। ਤੇ ਇੱਕ ਵਾਰੀ ਉਹਨੂੰ ਫਿਰ ਚਿੱਠੀ ਲਿਖੋ ਪ੍ਰੇਮ ਧਾਰ ਕੇ, ਚੰਦੂ ਨੂੰ ਯਾਦ ਕਰਾਓ। ਕੀ ਹੈ, ਵੱਡਾ ਲੋਕ ਹੈ, ਭੁੱਲ ਗਿਆ ਹੋਵੇ ਤੁਹਾਡਾ ਕੰਮ। ਚੰਦੂ ਨੂੰ ਯਾਦ ਕਰਾਓ, ਚਿੱਠੀ ਲਿਖ ਕੇ ਆਖੋ ਵੀ ਅਸੀਂ ਤੇਰੀ ਪਿੱਠ ਤੇ ਖੜੇ ਆਂ। ਭਾਵ ਚੰਦੂ ਸਾਨੂੰ ਤੇਰਾ ਹੀ ਆਸਰਾ ਭਰੋਸਾ ਹੈ ਤੇ ਜੋ ਮਰਜ਼ੀ ਹੋ ਜਾਏ ਅਸੀਂ ਤੇਰੇ ਨਾਲ ਹਾਂ। ਉਤਸਾਹੀ ਨਰ ਚਾਹੈ ਸੋ ਕਰ ਹੈ। ਤੇ ਇੱਥੇ ਇਹ ਤੁਹਾਨੂੰ ਕਰਨਾ ਚਾਹੀਦਾ ਹੈ। ਤਾਂ ਫਿਰ ਇਹ ਕਹਿੰਦੀ ਬੀਬੀ ਕਰਮੋਂ ਵੀ ਜਿਹੜਾ ਮਨੁੱਖ ਉਤਸ਼ਾਹ ਰੱਖਦਾ ਨਾ, ਉਦਮ ਰੱਖਦਾ, ਉਹ ਜੋ ਚਾਹਵੇ ਉਹੀ ਕੰਮ ਕਰ ਸਕਦਾ। ਵੱਡੇ ਵੱਡੇ ਕਿਲੇ ਫਤਿਹ ਹੋ ਜਾਂਦੇ ਆ ਜੇ ਮਨੁੱਖ ਦੇ ਮਨ ਵਿੱਚ ਚਾਅ ਉਤਸ਼ਾਹ ਹੋਵੇ ਤਾਂ। ਚਿੰਤਾਵਾਨ ਪ੍ਰਾਨ ਦੇਹਾਨ। ਤੇ ਜਿਹੜੇ ਕੋਈ ਚਿੰਤਾ ਵਿੱਚ ਰਹਿਣ ਵਾਲੇ ਮਨੁੱਖ ਹੈ ਨਾ, ਉਹ ਪ੍ਰਾਣਾਂ ਦਾ ਨਾਸ਼ ਕਰ ਬੈਂਦੇ ਆ, ਮਰ ਮੁੱਕ ਜਾਂਦੇ ਆ ਝੋਰੇ ਦੇ ਨਾਲ। ਉਦਮੀ ਲੋਕ ਵੱਡੇ ਵੱਡੇ ਨਾਮੁਮਕਿਨ ਕੰਮ ਜਿਹੜੇ ਉਹ ਫਤਿਹ ਕਰ ਲੈਂਦੇ ਹਨ। ਲਿਖਾ ਪੱਤਰਿਕਾ ਸੁਧ ਮੰਗਵਾਵਾ। ਤੇ ਮੈਂ ਤਾਂ ਕਹਿੰਨੀ ਆ ਵੀ ਚੰਦੂ ਨੂੰ ਤੁਸੀਂ ਚਿੱਠੀ ਲਿਖੋ, ਚਿੱਠੀ ਭੇਜ ਕੇ ਤੇ ਜਿਹੜਾ ਖਬਰ ਤਾਂ ਮੰਗਵਾਓ ਵੀ ਮੁਕੱਦਮਾ ਗੁਰੂ ਅਰਜਨ ਦੇਵ ਦੇ ਬਾਬਤ ਕਿੱਥੋਂ ਤੀਕਰ ਪਹੁੰਚਿਆ ਹੈ। ਕਿਮ ਦੀਵਾਨ ਕੇ ਮਨ ਮਹਿ ਆਏ। ਵੀ ਕੋਈ ਗੱਲ ਆਈ ਹੈ, ਸਕੀਮ ਬਣਾਈ ਹੈ ਗੁਰੂ ਅਰਜਨ ਦੇਵ ਨੂੰ ਖਤਮ ਕਰਨ ਦੀ। ਜਰਾ ਪੁੱਛੋ, ਚਿੱਠੀ ਲਿਖ ਕੇ ਪਤਾ ਕਰੀਏ ਚੰਦੂ ਦੇ ਪਾਸੋਂ। ਦੇਹੋ ਉਤਸਾਹ ਗਵਾਵਾ ਹਰੇ ਪਕੋ। ਤੇ ਉਦਮ ਕਰੋ ਤੁਸੀਂ, ਐਵੇਂ ਝੋਰਾ ਨਾ ਕਰੋ ਤੇ ਆਪਣੇ ਦੁਸ਼ਮਣ ਨੂੰ ਮਾਰ ਮੁਕਾਵੋ। ਸੋ ਮਾਲਿਕ ਮੁਲ ਕਨ ਸਮੁਦਾਏ। ਤੇ ਉਹਦਾ ਸਾਥ ਦਿਓ ਚੰਦੂ ਦਾ, ਚੰਦੂ ਨੂੰ ਉਤਸ਼ਾਹ ਦਿਓ, ਉਹਦਾ ਸਾਥ ਦਿਓ ਵੀ ਮੈਂ ਤੇਰੇ ਨਾਲ ਆ ਤੇ ਤੂੰ ਮੇਰਾ ਉਤਸ਼ਾਹ ਲੈ। ਤੇ ਆਪਣੇ ਦੁਸ਼ਮਣ ਨੂੰ ਇਹ ਪਤੀ ਜੀ ਚੰਦੂ ਨੂੰ ਸ਼ਹਿ ਦੇ ਕੇ, ਉਹਨੂੰ ਭਰੋਸਾ ਦੇ ਕੇ ਇਹ ਆਖੋ ਵੀ ਮੇਰੇ ਦੁਸ਼ਮਣ ਨੂੰ ਤੂੰ ਮਾਰਨਾ ਚੰਦੂ, ਕਿਉਂਕਿ ਤੂੰ ਦੇਸ਼ਾਂ ਵਿਦੇਸ਼ਾਂ ਦੇ ਮਾਲਕ ਜਿਹੜਾ ਜਹਾਂਗੀਰ ਬਾਦਸ਼ਾਹ ਉਹਦਾ ਦੀਵਾਨ ਹੈ। ਚਾਹੈ ਸੋ ਕਰੈ ਬਲੀ ਸਭ ਰੀਤਨ। ਇਸ ਕਰਕੇ ਤੂੰ ਜੋ ਚਾਹਵੇਂ ਉਹ ਕਰ ਸਕਦਾ ਹੈ, ਤੂੰ ਸਾਰੇ ਤਰ੍ਹਾਂ ਕਰਕੇ ਬੜੀ ਤਾਕਤਵਰ ਹੈ। ਗਹਿ ਕੈ ਪ੍ਰਾਨ ਤਾਹੇ ਬੇਨਸਾਏ। ਤੇ ਯਾਦ ਕਰਾ ਚੰਦੂ ਨੂੰ ਵੀ ਫੜ ਲਓ, ਅਰਜੁਨ ਦੇਵ ਨੂੰ ਪਕੜ ਕੇ ਉਹਦੇ ਪ੍ਰਾਣਾਂ ਦਾ ਨਾਸ਼ ਕਰ ਦਿੱਤਾ ਜਾਵੇ। ਗੁਰ ਤਗਾਦੀ ਲੇਹੋ ਸ਼ਾਹੋ ਤੇ ਪਤੀ ਜੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਕਰ ਦਿੱਤੇ ਗਏ, ਉਸ ਤੋਂ ਬਾਅਦ ਤੁਸਾਂ ਗੁਰਤਾ ਗੱਦੀ ਬਾਦਸ਼ਾਹ ਜਹਾਂਗੀਰ ਤੋਂ ਕਹਿ ਕੇ ਲੈ ਲੈਣੀ ਹੈ। ਚਾਹੁੰਦੇ ਸੋ ਕੀ ਸੰਗਤ ਚੱਲ ਆਏ। ਫਿਰ ਵੇਖਿਆ ਜੇ 4 ਚਫੇਰਿਆਂ ਦੀ ਸੰਗਤ ਤੁਹਾਡੇ ਚਰਨੀ ਪਿਆ ਕਰੇਗੀ, ਚੱਲ ਚੱਲ ਕੇ ਆਇਆ ਕਰੇਗੀ। ਹਿਮ ਕਰਮੋ ਨੇ ਜਬ ਸਮਝਾਇਓ। ਤੋ ਸਾਧ ਸੰਗਤ ਜੀ ਜਿਹੜੀ ਬੀਬੀ ਕਰਮੋ ਹੈ, ਇਹਨੇ ਪ੍ਰਿਥੀ ਚੰਦ ਨੂੰ ਜਦੋਂ ਸਮਝਾਇਆ ਹੈ। ਲਿਖੀ ਪੱਤਰਿਕਾ ਸੁਨਹਾ ਦੀਵਾਨ। ਤੇ ਆਪਦੀ ਘਰ ਵਾਲੀ ਦੀ ਗੱਲ ਮੰਨ ਕੇ ਚੰਦੂ ਨੂੰ ਚਿੱਠੀ ਲਿਖੀ ਹੈ ਪ੍ਰਿਥੀ ਚੰਦ ਨੇ। ਚਿੱਠੀ ਵਿੱਚ ਕੀ ਲਿਖਦਾ ਸੁਣਨਾ ਕਰੋ। ਗਹਿਓ ਅਲੰਬ ਤੁਮਾਰੋ ਹਮਨੇ। ਪ੍ਰਿਥੀਆ ਲਿਖਦਾ ਇਹ ਚੰਦੂ ਦੀ ਬਾਣ, ਮਹਾਰਾਜ ਮੈਂ ਤੁਹਾਡਾ ਆਸਰਾ ਤੱਕਿਆ ਹੈ
ਤੁਹਾਡਾ ਹੀ ਕੇਵਲ ਤੇ ਕੇਵਲ ਮੈਨੂੰ ਆਸਰਾ ਹੈ, ਹੋਰ ਮੇਰਾ ਕੁਝ ਕੋਈ ਦੁਨੀਆ ਤੇ ਨਹੀਂ ਹੈ। ਨਿਸ ਦਿਨ ਤਵ ਦੇਸ਼ ਕੋ ਮਾਨ ਧਿਆਨ, ਤੇ ਮੇਰੇ ਮਨ ਕਰਕੇ ਧਿਆਨ ਸਦਾ ਹੀ ਤੇਰੇ ਵੱਲ ਰਹਿੰਦਾ ਹੈ, ਮੈਨੂੰ ਹੋਰ ਕੋਈ ਆਸਰਾ ਨਹੀਂ, ਮੇਰਾ ਤੇਰੇ ਵਿੱਚ ਹੀ ਧਿਆਨ ਰਹਿੰਦਾ ਹੈ ਵੀ ਕਦੋਂ ਤੂੰ ਮੈਨੂੰ ਸੁੱਖ ਦੀ ਖੁਸ਼ੀ ਦੀ ਖਬਰ ਦਿੰਦਾ ਹੈ। ਸ਼ਤਰ ਹਤਨ ਜਤਨ ਨਹਿ ਕੀਨਸ, ਕਿਉਂਕਿ ਮੈਨੂੰ ਲੱਗਦਾ ਹੈ ਤੁਸੀਂ ਚੰਦੂ ਮੇਰੇ ਦੁਸ਼ਮਣ ਅਰਜੁਨ ਦੇਵ ਨੂੰ ਮਾਰਨ ਦਾ ਕੋਈ ਅਜੇ ਤੱਕ ਯਤਨ ਹੀਲਾ ਨਹੀਂ ਕੀਤਾ ਹੈ। ਕਹਿ ਵਿਸਾਰ ਦੀਨਸ ਇਤ ਗਿਆਨ, ਕਿ ਤੁਸੀਂ ਆਪਦੇ ਮਨ ਵਿੱਚੋਂ ਆਪਣੀ ਪੁੱਤਰੀ ਦੇ ਛੱਡੇ ਹੋਏ ਰਿਸ਼ਤੇ ਦਾ ਬਦਲਾ ਲੈਣ ਦਾ ਗਿਆਨ ਜਿਹੜਾ ਹੈ ਉਹ ਗੱਲ ਹੈ ਭੁਲਾ ਦਿੱਤੀ ਹੈ। ਭਾਗ ਬਲੀ ਹਮ ਆਸਿਖ ਨਿਤ ਕਹੈ, ਮੈਂ ਵੱਡੇ ਭਾਗਾਂ ਵਾਲਾ ਜਿਹੜਾ ਤੁਹਾਡੇ ਵਾਸਤੇ ਸਦਾ ਅਰਦਾਸਾਂ ਕਰਦਾ ਵੀ ਤੁਸੀਂ ਬੜੇ ਬਲ ਵਾਲੇ ਹੋ, ਬੜੇ ਭਾਗ ਵਾਲੇ ਹੋ। ਰਹਿ ਸ਼ਾਹੋ ਸੋ ਕਾਰ ਮਹਾਨ, ਤੇ ਤੁਸੀਂ ਸ਼ਾਹੋ ਬਾਦਸ਼ਾਹ ਦੇ ਨਾਲ ਰਹਿਣ ਵਾਲੇ ਹੋ, ਤੇ ਤੇਰਾ ਕੰਮ ਬਣਿਆ ਰਵੇ, ਨੌਕਰੀ ਤੇਰੀ ਬਣੀ ਰਵੇ, ਉਹਦਾ ਬਰਕਰਾਰ ਰਵੇ। ਮੈਂ ਪ੍ਰਿਥੀ ਚੰਦ ਸਦਾ ਤੇਰੀਆਂ ਅਰਦਾਸਾਂ ਕਰਦਾ ਹਾਂ। ਦੇ ਕਾਰ ਨਰਕਾਰ ਤੁਰਤ ਪਠਾਈ, ਮੈਂ ਤਾਂ ਕਹਿੰਦਾ ਦੇ ਕੇ ਮਨੁੱਖ ਕਿਸੇ ਤਗੜੇ ਜਿਹੜੇ ਵੈ ਹਾਕਮ ਨੂੰ, ਕਿਸੇ ਜਰਨੈਲ ਨੂੰ ਕੁਝ ਸੈਨਾ ਦੇ ਕੇ ਤੇ ਅੰਮ੍ਰਿਤਸਰ ਭੇਜ ਦੇਣਾ ਕਰ। ਉੱਤਰ ਅੰਨ ਤੂਰਨ ਜਾਏ, ਤੇ ਇਸ ਤਰ੍ਹਾਂ ਜਾਂ ਸਾਧ ਸੰਗਤ ਜੀ ਪ੍ਰਿਥੀ ਚੰਦ ਨੇ ਚਿੱਠੀ ਲਿਖ ਕੇ ਨਾ ਤੇ ਇੱਕ ਮਨੁੱਖ ਭੇਜਿਆ ਇਧਰ ਚੰਦੂ ਵੱਲ, ਚਿੱਠੀ ਲੈ ਕੇ ਛੇਤੀ ਗਿਆ। ਉਹਨੂੰ ਆਖਿਆ ਵੀ ਹੱਲੇ ਨਾਲ ਹੀ ਉੱਤਰ ਲੈ ਕੇ ਨਾ ਇਸ ਚਿੱਠੀ ਦਾ ਚੰਦੂ ਤੋਂ ਫਿਰ ਮੇਰੇ ਕੋਲ ਵਾਪਸ ਆ ਜਾਵੀਂ। ਗਮਨਿਓ ਦਿੱਲੀ ਦੇਸ਼ ਕੋ ਪਹੁੰਚਿਓ, ਇਹਦਾ ਭੇਜਿਆ ਹੋਇਆ ਹਲਕਾਰਾ ਚਿੱਠੀ ਲੈ ਕੇ ਛੇਤੀ ਨਾਲ ਦਿੱਲੀ ਪਹੁੰਚਿਆ ਹੈ। ਮਿਲਿਓ ਦੀਵਾਨ ਸਾਥ ਹਰ ਖਾਏ, ਤੇ ਖੁਸ਼ੀ ਖੁਸ਼ੀ ਚੰਦੂ ਦੇ ਪਾਸ ਮਿਲਿਆ ਜਾ ਕਰਕੇ। ਗੁਰ ਪ੍ਰੀਥੀਏ ਕੀ ਹੈ ਇਹ ਪਾਤੀ, ਤੇ ਦੱਸ ਦਿੱਤਾ ਫੜਾ ਕੇ ਚਿੱਠੀ ਵੀ ਆ ਪ੍ਰਿਥੀ ਚੰਦ ਨੇ ਆਪਦੇ ਮਨ ਦੀ ਗੱਲ ਚਿੱਠੀ ਵਿੱਚ ਲਿਖੀ ਹੈ। ਦੀਵਾਨ ਚੰਦੂ, ਪ੍ਰਿਥੀ ਚੰਦ ਤੈਨੂੰ ਯਾਦ ਕਰਦਾ ਹੈ। ਛਾਤੀ ਦੁਖਤ ਲਿਖੀਆ ਕੋ ਲਾਏ, ਉਹਨੇ ਛਾਤੀ ਦੁੱਖ ਦੀ ਬਹੁਤ ਦੁਖੀ ਹੋ ਕਰਕੇ ਚਿੱਠੀ ਤੈਨੂੰ ਲਿਖਣਾ ਕੀਤੀ ਹੈ। ਲੈ ਕਾਰ ਖੋਲ ਪਠੀ ਤਾਬ ਚੰਦੂ, ਇਹ ਪ੍ਰਿਥੀ ਚੰਦ ਦੀ ਭੇਜੀ ਹੋਈ ਚਿੱਠੀ ਖਾਲਸਾ ਜੀ ਚੰਦੂ ਨੇ ਜਦੋਂ ਪੜ੍ਹੀ ਹੈ, ਵੇਖੀ ਹੈ, ਲਖੀ ਹਕੀਕਤ ਜਾਂ ਦੁੱਖ ਪਾਏ। ਉਹਨੇ ਜਾਣਿਆ ਵੀ ਵਾਕਿਆ ਹੀ ਪ੍ਰਿਥੀ ਚੰਦ ਤਾਂ ਆਪਦੇ ਭਰਾ ਨੂੰ ਮਰਵਾਉਣ ਪਿੱਛੇ ਬਹੁਤ ਦੁਖੀ ਹੋ ਰਿਹਾ ਹੈ। ਉੱਤਰ ਲਿਖਿਓ ਦੁਸ਼ਟ ਨੇ ਤਤ ਛੇਨ, ਤੇ ਕਵੀ ਕਹਿੰਦੇ ਦੁਸ਼ਟ ਚੰਦੂ ਨੇ ਫਿਰ ਨਾਲ ਹੀ ਉੱਤਰ ਲਿਖ ਦਿੱਤਾ, ਚਿੱਠੀ ਆਪਦੇ ਵੱਲੋਂ ਜਵਾਬ ਦੇ ਦਿੱਤਾ ਹੈ। ਨਹਿ ਬੈਠਿਓ ਮੈਂ ਬਾਤ ਵਿਸਾਰ, ਕਿ ਪ੍ਰਿਥੀ ਚੰਦ ਮਤਾ ਖਿਆਲ ਕਰ ਵੀ ਮੈਂ ਭੁੱਲ ਗਿਆ ਆਪਦੇ ਦੁਸ਼ਮਣ ਅਰਜੁਨ ਦੇਵ ਨੂੰ, ਮੈਨੂੰ ਕਿਸੇ ਗੱਲ ਦਾ ਖਿਆਲ ਨਹੀਂ ਭੁੱਲਿਆ, ਮੈਂ ਕੋਈ ਗੱਲ ਨਹੀਂ ਭੁੱਲੀ ਹੈ। ਦੋਹੇ ਤਾ ਬਦਨ ਕੁਮਾਰੀ ਦੇਖਤ, ਜਦੋਂ ਆਪਦੀ ਧੀ ਕੁਵਾਰੀ ਨੂੰ ਮੈਂ ਮੂੰਹ ਲਮਕਾਈ ਹੋਈ ਘਰ ਵਿੱਚ ਦੇਖਦਾ ਹਾਂ, ਲਗਤ ਸੂਲ ਸਾਮਰੀ ਦੇ ਮਝਾਰ, ਤੇ ਮੇਰੇ ਸੀਨੇ ਨੂੰ ਅੱਗ ਲੱਗਦੀ ਹੈ। ਕਿਉਂਕਿ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਹਰਗੋਬਿੰਦ ਦਾ ਵਿਆਹ ਵੀ ਕਰ ਲਿਆ, ਤੇ ਮੈਂ ਆਪਦੀ ਪੁੱਤਰੀ ਨੂੰ ਜਦੋਂ ਘਰ ਵਿੱਚ ਵੇਖਦਾ ਤੁਰਦੀ ਫਿਰਦੀ ਕੁਵਾਰੀ ਧੀ ਨੂੰ, ਮੇਰੇ ਹਿਰਦੇ ਵਿੱਚ ਸੂਲ ਵੱਜਦੀ ਹੈ, ਖੰਜਰ ਖੁੱਭ ਜਾਂਦਾ ਹੈ। ਕਰ ਕਾਤ ਨਿਤ ਪ੍ਰਾਤ ਚਿਤ ਮੈਂ ਅਤੀਸੈ, ਤੇ ਉਹ ਵੱਜਾ ਹੋਇਆ ਬਰਛਾ ਨਾ ਮੇਰੀ ਪੁੱਤਰੀ ਘਰ ਵਿੱਚ ਬੈਠੀ ਹੋਣ ਕਰਕੇ ਸਦਾ ਮੇਰੇ ਹਿਰਦੇ ਵਿੱਚ ਕੜਕਦਾ ਰਹਿੰਦਾ, ਰੜਕਦਾ ਰਹਿੰਦਾ ਹੈ। ਰੇਪ ਬੇਸਾਲ ਕੋ ਜਸ ਬੇਸਤਾਰ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਦੁਸ਼ਮਣ ਦਾ ਜਿਹੜਾ ਜਸ ਹੈ, ਵਡਿਆਈ, ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਰੁਚ ਹੈ ਨਾ ਭੋਜਨ ਜੁਰ ਹੈ ਨਾ ਪਲਕਾਂ, ਸੱਚ ਦੱਸਾਂ ਪ੍ਰਿਥੀ ਚੰਦ ਮੈਨੂੰ ਕੁਝ ਖਾਣਾ ਵੀ ਚੰਗਾ ਨਹੀਂ ਲੱਗਦਾ ਜਦੋਂ ਦਾ ਮੇਰਾ ਇਹ ਪੁੱਤਰੀ ਦਾ ਰਿਸ਼ਤਾ ਜਵਾਬ ਦਿੱਤਾ ਗੁਰੂ ਅਰਜਨ ਦੇਵ ਨੇ। ਨਾ ਕੁਝ ਖਾਇਆ ਪਾਉਂਦਾ, ਨਾ ਪੀਆ ਪਾਉਂਦਾ, ਅੱਖਾਂ ਬੰਦ ਕਰਦਾ ਪਲਕਾਂ ਨਹੀਂ ਜੁੜਦੀਆਂ, ਨੀਂਦ ਨਹੀਂ ਪੈਂਦੀ ਹੈ। ਬਿਨਾ ਨੀਂਦ ਮੈਂ ਚੂਰਾ ਉਦਾਰ, ਦਿਨੇ ਵੀ ਮੈਨੂੰ ਚੈਨ ਨਹੀਂ ਤੇ ਰਾਤ ਨੂੰ ਸੁੱਤਿਆਂ ਤੋਂ ਬਿਨਾਂ ਮੈਂ ਚਿੰਤਾ ਵਿੱਚ ਪਿਆ ਹੋਇਆ ਝੂਰਦਾ ਰਹਿੰਦਾ ਹਾਂ। ਸਾਹੋ ਲਾਹੌਰ ਚੱਲਣ ਕੀ ਦੇਰੀ, ਤੂੰ ਚਿੰਤਾ ਨਾ ਕਰ ਪ੍ਰਿਥੀ ਚੰਦ, ਬਸ ਬਾਦਸ਼ਾਹ ਜਹਾਂਗੀਰ ਨੂੰ ਇੱਕ ਵਾਰੀ ਲਾਹੌਰ ਜਾਣ ਦੀ ਦੇਰੀ ਹੈ। ਆਏ ਸੰਗ ਮੈਂ ਕਰਾਂ ਉਪਾਏ, ਤੇ ਮੈਂ ਨਾਲ ਹੀ ਆਵਾਂਗਾ ਲਾਹੌਰ ਜਹਾਂਗੀਰ
ਜਹਾਂਗੀਰ ਬਾਦਸ਼ਾਹ ਦੇ, ਇੱਥੇ ਆ ਕੇ ਮੈਂ ਬੜੇ ਉਪਾਅ ਕਰਾਂਗਾ, ਬੜੇ ਯਤਨ ਕਰਾਂਗਾ ਮਰਵਾਉਣ ਦੇ। ਗਹਿਲੇ ਵਾਕਾਰ ਕੈਦ ਬਿਨਾਸਾ। ਤੂੰ ਬੇਚਿੰਤ ਹੋ ਜਾ, ਮੈਂ ਇੱਥੇ ਲਾਹੌਰ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਪਕੜ ਲਵਾਂਗਾ, ਕੈਦ ਕਰਕੇ ਮਰਵਾ ਦੇਵਾਂਗਾ। ਲਖਹਾ ਨਿਸੰਸੈ ਮੈਂ ਜੋ ਅਲਾਏ। ਮੈਂ ਆਪਦੀ ਜ਼ੁਬਾਨ ਦਾ ਪੱਕਾ ਪ੍ਰਿਥੀ ਚੰਦ, ਬੇਫਿਕਰ ਹੋ ਕਰਕੇ ਆਨੰਦ ਮਾਣ। ਜੋ ਕਿਹਾ ਮੈਂ ਜ਼ਰੂਰ ਪੂਰਾ ਕਰਾਂਗਾ, ਉਹਦੇ ਵਿੱਚ ਸ਼ੰਕਾ ਨਾ ਕਰ ਤੂੰ ਕੋਈ। ਗੁਰਤਾ ਗਾਦੀ ਤੋਹੇ ਦਿਵਾਵਾ। ਤੇ ਗੁਰਤਾ ਗੱਦੀ ਮੈਂ ਤੈਨੂੰ ਹੀ ਦਿਵਾਵਾਂਗਾ, ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਕੇ। ਸਾਹੋ ਪਾਸ ਤੇ ਬਾਕ ਕਹਾਏ। ਤੇ ਮੈਂ ਬਾਦਸ਼ਾਹ ਜਹਾਂਗੀਰ ਤੋਂ ਨਾ ਕਿਸੇ ਤਰ੍ਹਾਂ ਚਲਾਕੀ ਨਾਲ ਇਹ ਫਰਮਾਨ ਜਿਹੜਾ ਸ਼ਹੀਦੀ ਦਾ, ਮਾਰਨ ਦਾ, ਸਜ਼ਾ ਦਾ, ਕੈਦ ਕਰਨ ਦਾ ਜਾਰੀ ਕਰਵਾ ਲਵਾਂਗਾ। ਸਭ ਦੇਸ਼ ਮਹਿ ਵੇਦ ਤਹ ਧਨ ਪਾਵੈ। ਕਿਉਂਕਿ ਸਾਰੀਆਂ ਦਿਸ਼ਾ ਵਿੱਚ ਇਹ ਗੱਲ ਵਿਦਤ ਹੈ, ਪ੍ਰਗਟ ਹੈ ਵੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੜਾ ਧਨ ਮਿਲ ਰਿਹਾ ਸੰਗਤਾਂ ਤੋਂ। ਸਕਲ ਸੰਗਤਾਂ ਭੇਟ ਚੜਾਏ। ਤੇ ਮੈਂ ਸਮਝਾਵਾਂਗਾ ਜਹਾਂਗੀਰ ਨੂੰ ਵੀ ਇਹ ਤਾਂ ਦਿਨੋਂ ਦਿਨ ਬਹੁਤ ਪ੍ਰਤਾਪ ਵੱਧਦਾ ਜਾਂਦਾ ਹੈ, ਕਿਤੇ ਰਿਆਸਤ ਦੇ ਵਿੱਚ ਰਿਆਸਤ ਨਾ ਕਾਇਮ ਕਰ ਲੈਣ ਗੁਰੂ ਅਰਜਨ ਦੇਵ ਕਾ ਪਰਿਵਾਰ। ਉਹਨਾਂ ਦੇ ਸਾਹਿਬਜ਼ਾਦੇ ਘੋੜੇ ਰੱਖ ਰਹੇ ਹੈ ਤੇ ਮਸ਼ਕਾਂ ਕਰਦੇ ਹੈ ਤੇ ਜੰਗ ਦਾ ਅਭਿਆਸ ਕਰਦੇ ਹੈ, ਕਿਉਂਕਿ ਤੁਰਕਾਂ ਦੇ ਰਾਜ ਵਿੱਚ ਸਾਧ ਸੰਗਤ ਜੀ ਹੋਰ ਕਿਸੇ ਨੂੰ ਪੱਗ ਬੰਨਣ ਦਾ ਤੇ ਘੋੜੇ ਤੇ ਚੜ੍ਹਨ ਦਾ ਕੋਈ ਬਹੁਤਾ ਅਧਿਕਾਰ ਨਹੀਂ ਹੈ ਸੀ। ਤੇ ਇਹ ਚੰਦੂ ਕਹਿੰਦਾ ਮੈਂ ਇਹੋ ਜਿਹੀਆਂ ਗੱਲਾਂ ਕਹਿ ਕੇ ਨਾ ਜਹਾਂਗੀਰ ਬਾਦਸ਼ਾਹ ਨੂੰ ਵੀ ਬੜੀ ਭੇਟਾ ਚੜ੍ਹਦੀ ਹੈ, ਬੇਅੰਤ ਮਾਇਆ, ਕੋਈ ਗੁਰੂ ਘਰੋਂ ਆਪਾਂ ਨੂੰ ਟੈਕਸ ਲਗਾਉਣ ਵੀ ਨਹੀਂ ਮਿਲਦਾ, ਤੇ ਮੈਂ ਇਸੇ ਤਰ੍ਹਾਂ ਮਨਾ ਲਵਾਂਗਾ ਬਾਦਸ਼ਾਹ ਜਹਾਂਗੀਰ ਨੂੰ। ਇਹ ਚਿੱਠੀ ਵਿੱਚ ਲਿਖ ਦਿੱਤਾ ਚੰਦੂ ਨੇ। ਦਈ ਪੱਤਰੇ ਕਾ ਕੁਸ਼ਕ ਦਰਬ ਜੋਤ। ਤੇ ਕੋਈ ਮਾਇਆ ਭੇਜ ਦਿੱਤੀ, ਕਿਉਂਕਿ ਪ੍ਰਿਥੀ ਦਾ ਵਿਚਾਰੇ ਦਾ ਵੀ ਹਾਥੀ ਤੰਗ ਸੀ ਨਾ ਇੱਥੇ ਗੁਰੂ ਕੇ ਕੋਠੇ, ਤੇ ਪ੍ਰਿਥੀ ਚੰਦ ਵਾਸਤੇ ਕੁਝ ਕੁ ਮਾਇਆ ਚੰਦੂ ਨੇ ਭੇਜ ਦਿੱਤੀ ਹੈ, ਚਿੱਠੀ ਲਿਖ ਕੇ ਭੇਜ ਦਿੱਤੀ ਹੈ। ਲੇਕਾਰ ਨਾਰ ਕੋਠੇ ਕੋ ਆਏ। ਇਧਰ ਮਾਲਵੇ ਕੋਠੇ ਗੁਰੂ ਕੇ ਜਾਂ ਕੋਠੇ ਸੋਢੀਆਂ ਦੇ ਪਿੰਡ ਜਿਹੜਾ ਜਿੱਥੇ ਪ੍ਰਿਥੀਆ ਰਹਿੰਦਾ ਹੈ, ਇੱਥੇ ਚਿੱਠੀ ਲੈ ਕੇ ਇੱਕ ਮਨੁੱਖ ਪਹੁੰਚ ਗਿਆ ਹੈ। ਪ੍ਰਿਥੀਏ ਪਾਸ ਦਈ ਲੈ ਖੋਲੀ। ਤੇ ਪ੍ਰਿਥੀ ਚੰਦ ਨੂੰ ਚਿੱਠੀ ਮਿਲੀ ਹੈ, ਚੰਦੂ ਦੀ ਭੇਜੀ ਖੋਲ ਕੇ ਪੜ ਰਿਹਾ ਜਦ। ਪਾਠਕਾਰ ਰਹਿਓ ਮਹਾਹਰ ਖਾਏ। ਤੇ ਪੜ ਕੇ ਫੇਰ ਬੜਾ ਖੁਸ਼ ਹੋ ਰਿਹਾ ਹੈ। ਮੁਝ ਦੁੱਖ ਤੇ ਦੁੱਖ ਸਾਗੁਨ ਤੇ ਸਕੋ। ਤੇ ਆਪਦੀ ਘਰ ਵਾਲੀ ਕਰਮੋਂ ਨੂੰ ਕਹਿੰਦਾ ਵੀ ਐਵੇਂ ਹੀ ਦਿਲ ਛੱਡਿਆ ਹੋਇਆ ਸੀ, ਚੰਦੂ ਨੂੰ ਤਾਂ ਮੇਰੇ ਤੋਂ ਵੀ ਵੱਧ 100 ਗੁਣਾ ਵੀ ਮੈਂ ਕਹਿੰਦਾ ਮੈਂ ਹੀ ਦੁਖੀ ਹਾਂ, ਚੰਦੂ ਤਾਂ ਮੇਥੋਂ ਵੀ ਔਖਾ, ਮੇਥੋਂ ਵੀ ਵੱਧ ਦੁਖੀ ਹੈ। ਕੈਸੇ ਕਰੈ ਨਾ ਅਨੇਕ ਉਪਾਏ। ਤੇ ਮੈਂ ਜਾਣਦਾ ਚੰਦੂ ਭਲਾ ਕਿਵੇਂ ਨਾ ਗੁਰੂ ਅਰਜਨ ਦੇਵ ਨੂੰ ਮਾਰੇਗਾ, ਜ਼ਰੂਰ ਮਾਰੇਗਾ, ਉਹ ਸਾਥੋਂ ਵੀ ਵੱਧ ਦੁਖੀ ਹੋ ਰਿਹਾ ਹੈ। ਸਭ ਕੁਟੰਬ ਕੋ ਕੀਨ ਸੁਨਾਵਨ। ਆਪਦੇ ਸਾਰੇ ਟੱਬਰ ਨੂੰ ਚਿੱਠੀ ਪੜ ਕੇ ਇਹ ਪ੍ਰਿਥੀਆ ਸੁਣਾਉਂਦਾ, ਵੇਖੋ ਮੈਨੂੰ ਚੰਦੂ ਦੀ ਚਿੱਠੀ ਆਈ ਹੈ। ਖੁਸ਼ੀ ਕਰਹਿ ਮਨ ਮੁਦ ਵਧਾਏ। ਤੇ ਮਨ ਵਿੱਚ ਬੜਾ ਆਨੰਦ ਜਿਹਾ ਵਧਾਉਂਦਾ ਹੈ, ਖੁਸ਼ੀਆਂ ਕਰਦਾ ਹੈ। ਧਾਰ ਧੀਰਜ ਤਬ ਬੈਠਿਓ ਘਰ ਮੈਂ ਹੈ। ਤੇ ਧੀਰਜ ਜਿਹਾ ਧਾਰ ਕੇ ਵੀ ਹੁਣ ਚੰਦੂ ਜ਼ਰੂਰ ਕੁਝ ਕਰੇਗਾ, ਛੇਤੀ ਬਾਦਸ਼ਾਹ ਨੂੰ ਲਾਹੌਰ ਲੈ ਕੇ ਆਵੇਗਾ। ਇਹ ਪ੍ਰਿਥੀਆ ਆਪਣੇ ਘਰ ਵਿੱਚ ਟਿਕਿਆ ਹੈ। ਮੋਝੋ ਤੇ ਚਿੰਤਾ ਚੰਦ ਮਹਾਨ। ਤੇ ਮਨ 'ਚ ਸੋਚਦਾ ਰਹਿੰਦਾ ਬੈਠਾ ਵੀ ਮੇਰੇ ਨਾਲ ਤਾਂ ਚਿੰਤਾ ਚੰਦੂ ਦੀ ਵੱਡੀ ਹੈ, ਉਹਦੀ ਧੀ ਘਰ ਵਿੱਚ ਬੈਠੀ ਹੈ, ਉਹਦਾ ਦੁੱਖ ਮੇਥੋਂ ਵੀ ਵੱਡਾ ਹੈ। ਕਰਹਿ ਪ੍ਰਤੀਖਨ ਸਾਹੂ ਆਗਮਨ। ਤੇ ਚੰਦੂ ਇਹ ਜਿਹੜਾ ਪ੍ਰਿਥੀਆ ਨਾ ਹੁਣ ਉਡੀਕਦਾ ਵੀ ਕਿਹੜਾ ਵੇਲਾ ਹੋਵੇ ਜਹਾਂਗੀਰ ਬਾਦਸ਼ਾਹ ਨੂੰ ਲੈ ਕੇ ਚੰਦੂ ਲਾਹੌਰ ਆਵੇਗਾ। ਬਿਨਾ ਜਤਨ ਮਾਮ ਸ਼ਤਰੂ ਹਨ। ਤੇ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ, ਅਰਜੁਨ ਦੇਵ ਨੂੰ ਮਾਰ ਮੁਕਾਉਣਗੇ ਰਾਜੇ ਕੇ। ਪੂਰਬ ਭਾਗ ਉਦੇ ਆਬ ਮੇਰੇ ਤਾਂ ਕੋ ਪਿਛਲੇ ਵੱਡੇ ਕਰਮ ਹੁਣ ਜਾਗ ਰਹੇ ਹਨ। ਬਨਾ ਗੁਰੂ ਹੋਏ ਸਿੱਖ ਜਹਾਨ। ਤੇ ਸਾਰਾ ਜਹਾਨ ਮੇਰਾ ਸਿੱਖ ਹੋਵੇਗਾ, ਸੰਗਤ ਹੋਵੇਗੀ, ਤੇ ਮੈਂ ਪੰਜਵਾਂ ਗੁਰੂ ਪ੍ਰਿਥੀ ਚੰਦ ਬਣ ਜਾਵਾਂਗਾ। ਪੁਨ ਸੋਤ ਮਿਹਰ ਬਾਣ ਬਿਦਤਾ ਹੈ। ਤੇ ਮੇਰੇ ਤੋਂ ਬਾਅਦ ਮੇਰਾ ਪੁੱਤਰ ਮਿਹਰਬਾਨ ਗੱਦੀ ਤੇ ਬਹਿ ਕੇ ਗੁਰੂ ਪ੍ਰਗਟ ਹੋਵੇਗਾ। ਅਨਗਾਨ ਧਨ ਭੋਗਹਿ ਸੁਖ ਦਾਨ। ਮੇਰੀਆਂ ਪੀੜ੍ਹੀ ਦਰ ਪੀੜ੍ਹੀ ਜਿੰਨੇ ਅੱਗੇ ਅੰਸ਼-ਵੰਸ਼ ਹੋਵੇਗੀ, ਪੁੱਤ ਪੋਤਰੇ ਪੜੋਤਰੇ ਸਾਰੇ ਹੀ ਸੁਖ ਮਾਣਿਆ ਕਰਨਗੇ। ਸੰਗਤਾਂ ਤੋਂ ਦਸਵੰਧ ਦੀ ਮਾਇਆ ਲੈ ਕੇ ਖੁਸ਼ ਰਿਹਾ ਕਰਨਗੇ, ਬੜੇ ਧਨਾੜ ਉੱਚੇ ਸੁੱਚੇ ਹੋ ਜਾਣਗੇ। ਉਤ ਚੰਦੂ ਅਵਸਰ ਕੋ ਚਾਹਤ। ਇਸੇ ਤਰ੍ਹਾਂ ਸਾਧ ਸੰਗਤ ਜੀ
ਇਧਰ ਪ੍ਰਿਥੀ ਚੰਦ ਜਿਹੜਾ ਵਾ ਉਹ ਇੱਥੇ ਬੈਠਾ ਹੀ ਕਿਲੇ ਬਣਾਈ ਜਾਂਦਾ, ਸੋਚਾਂ ਵਿੱਚ ਵੀ ਮੈਂ ਗੁਰੂ ਬਣਿਆ ਲਓ। ਉਧਰ ਚੰਦੂ ਹੁਣ ਮੌਕਾ ਲੱਭਦਾ ਵੀ ਕਿਹੜਾ ਵੇਲਾ ਹੋਵੇ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਖਿਲਾਫ ਕੀਤਾ ਜਾਵੇ। ਸਾਹੋ ਪ੍ਰਸੰਨ ਬਾਤ ਲੈ ਮਾਨ। ਵੀ ਕਿਸੇ ਦਿਨ ਜਦੋਂ ਜਹਾਂਗੀਰ ਬਹੁਤਾ ਹੀ ਖੁਸ਼ ਹੋਇਆ ਨਾ, ਉਦੋਂ ਮੈਂ ਕੋਈ ਗੱਲ ਕਰਾਂਗਾ ਤੇ ਖੁਸ਼ੀ ਦੇ ਵਿੱਚ ਹੀ ਜਹਾਂਗੀਰ ਬਾਦਸ਼ਾਹ ਮੇਰੀ ਗੱਲ ਮੰਨ ਲਵੇਗਾ। ਕਰ ਫਰੇਬ ਅਵਕਾਸ਼ ਪਾਏ ਕਰ। ਇੱਕ ਦਿਨ ਨਾ ਇਹ ਚੰਦੂ ਨੇ ਨਾ ਸਮਾਂ ਮੌਕਾ ਜਾ ਵੇਖ ਕੇ ਤੇ ਧੋਖਾ ਜਾ ਮਨ ਵਿੱਚ ਧਾਰ ਕਰਕੇ ਤੁਰ ਕੇ ਸੋ ਕੀਨ ਬਖਾਨ। ਜਹਾਂਗੀਰ ਬਾਦਸ਼ਾਹ ਨੂੰ ਚੰਦੂ ਇੱਕ ਦਿਨ ਕਹਿਣ ਲੱਗਿਆ ਹੈ, ਹਜਰਤ ਸੁਨਹਾ ਰਹੇ ਬਾਹੋ ਦਿੱਲੀ। ਕਿ ਹੇ ਹਜ਼ਰਤ ਬਾਦਸ਼ਾਹ ਮਹਾਰਾਜ ਤੁਸੀਂ ਬੜੇ ਸਮੇਂ ਦੇ ਦਿੱਲੀ ਰਹਿ ਰਹੇ ਹੋ। ਸਮੋ ਬਿਤਾਇਆ ਬਸੇ ਮਹਾਨ। ਵੀ ਕਿੰਨਾ ਹੀ ਸਮਾਂ ਹੋ ਚੱਲਿਆ ਤੁਹਾਨੂੰ ਦਿੱਲੀ ਬੈਠੇ ਹੋਇਆਂ ਨੂੰ, ਕਿੰਨੇ ਸਾਲ ਹੀ ਤੁਸੀਂ ਦਿੱਲੀ ਬੈਠਿਆਂ ਤਖਤ ਤੇ ਲੰਘਾ ਦਿੱਤੇ ਐ। ਫਿਰ ਨੋ ਦੇਸ਼ ਅਸ਼ੇਸ਼ ਆਪਨੇ। ਮੈਂ ਤਾਂ ਕਹਿਣਾ ਤੁਹਾਨੂੰ ਆਪਣੇ ਭਾਰਤ ਸਾਰੇ ਹਿੰਦੁਸਤਾਨ ਵਿੱਚ ਇੱਕ ਵਾਰੀ ਚੱਕਰ ਲਾ ਕੇ ਵੇਖਣਾ ਚਾਹੀਦਾ ਹੈ। ਸੁਧ ਕੋਲੇ ਹੋ ਪਨਾਹ ਜਹਾਨ। ਇਹ ਜਹਾਂਪਨਾ ਤੁਹਾਨੂੰ ਖਬਰ ਲੈਣੀ ਚਾਹੀਦੀ ਵੀ ਤੁਹਾਡਾ ਦੇਸ਼ ਵਿੱਚ ਕਿੱਥੇ ਕੀ ਕੁਝ ਹੋ ਰਿਹਾ ਹੈ। ਵੱਡੇ ਤੁਮਾਰੇ ਵਿਚਰਤ ਜਿਤ ਕਿਤ। ਕਿਉਂਕਿ ਤੁਹਾਡੇ ਵੱਡੇ ਐ ਜਿਹੜੇ ਬਾਬਰ ਸੀਗੇ, ਇਸ ਤੋਂ ਇਲਾਵਾ ਹਮਾਯੂ ਵਰਗੇ ਤੇ ਤੁਹਾਡੇ ਪਿਤਾ ਅਕਬਰ ਵਰਗੇ ਸਾਰੇ ਭਾਰਤ ਵਰਸ਼ ਵਿੱਚ ਜਿੱਥੇ ਕਿਥੇ ਫਿਰ ਕੇ ਵੇਖਦੇ ਹੁੰਦੇ ਸੀ। ਗਰਮੀ ਸਮੈ ਗਮਹਿ ਕਸ਼ਮੀਰ। ਤੇ ਜਦੋਂ ਗਰਮੀ ਦਾ ਸਮਾਂ ਆਉਂਦਾ ਸੀ ਤੇ ਤੁਹਾਡੇ ਵੱਡ ਵਡੇਰੇ ਕਸ਼ਮੀਰ ਦੀ ਵਾਦੀ ਵਿੱਚ ਚਲੇ ਜਾਂਦੇ ਸਨ। ਕੇਸਰ ਘੋਰ ਬਿਲਾਸਹਿ ਬੇਗਮ। ਕਿਉਂਕਿ ਉੱਥੇ ਕੇਸਰ ਦੀ ਖੇਤੀ ਹੁੰਦੀ ਹੈ, ਠੰਡਾ ਇਲਾਕਾ ਹੈ, ਖੁਸ਼ਬੂਦਾਰ ਇਲਾਕਾ ਹੈ, ਮਹਿਕ ਆਉਂਦੀ ਪਹਾੜਾਂ ਵਾਦੀਆਂ ਵਿੱਚੋਂ। ਤੇ ਇਸੇ ਤਰ੍ਹਾਂ ਕੇਸਰ ਆਦਿਕ ਜਿਹੜਾ ਉੱਥੇ ਜਾ ਕਰਕੇ ਛਕਦੇ ਸਨ। ਅਤਰ ਗੁਲਾਬ ਉਡਾਏ ਅਮੀਰ। ਤੇ ਕਈ ਤਰ੍ਹਾਂ ਦੇ ਉੱਥੇ ਖੁਸ਼ਬੂਦਾਰ ਅਤਰ ਮਿਲਦੇ ਹੈ, ਉਹ ਅਤਰਾਂ ਦੀ ਖੁਸ਼ਬੂ ਲੈ ਲੈਂਦੇ ਸੀ, ਜਾ ਕਰਕੇ ਬਹੁਤ ਆਨੰਦ ਮਾਣਦੇ ਸਨ। ਗਰਮੀਆਂ ਕਸ਼ਮੀਰ ਵਿੱਚ ਕੱਟਿਆ ਕਰਦੇ ਸੀ। ਕਰੈ ਸੈਲ ਮਗ ਸੈਲਨ ਕੇਰੀ। ਤੇ ਪਹਾੜੀ ਰਸਤਿਆਂ ਦੀ ਬੜੀ ਸੁੰਦਰ ਸੈਰ ਕਰਦੇ ਸੀ, ਸ਼ਿਕਾਰ ਖੇਡਦੇ ਹੁੰਦੇ ਸਨ। ਜਹਾਂ ਨ ਕਰਤੀ ਤਪਤ ਅਧੀਰ। ਮਹਾਰਾਜ ਬੜਾ ਸੁੰਦਰ ਇਲਾਕਾ ਕਸ਼ਮੀਰ ਦਾ। ਤੇ ਤੁਹਾਡੇ ਵੱਡ ਵਡੇਰਿਆਂ ਨਾਲ ਮੈਂ ਗਿਆ ਹੋਇਆ, ਅਕਬਰ ਬਾਦਸ਼ਾਹ ਵਰਗਿਆਂ ਨਾਲ ਕਈ ਵਾਰ। ਇਸ ਕਰਕੇ ਬਹੁਤ ਸੁੰਦਰ ਇਲਾਕਾ ਹੈ, ਜਿੱਥੇ ਤਪਸ਼ ਦਾ ਕੋਈ ਨਾਮ ਨਿਸ਼ਾਨ ਨਹੀਂ। ਬੇਸ਼ੱਕ ਇੱਥੇ ਗਰਮੀ ਬੜੀ ਪੈਂਦੀ ਹੈ, ਪਰ ਕਸ਼ਮੀਰ ਵਿੱਚ ਪਤਾ ਨਹੀਂ ਲੱਗਦਾ ਵੀ ਗਰਮੀ ਦਾ ਮੌਸਮ ਚੱਲ ਰਿਹਾ ਕਿ ਜਾਂ ਬਹੁਤ ਸਰਦੀ ਹੈ। ਗਨ ਮੇਵਨ ਕੇ ਬਿਟਪਨ ਦੇਖਤ। ਚਲੋ ਉੱਥੇ ਆਪਾਂ ਬਾਗ ਵੇਖ ਕੇ ਆਈਏ, ਬੜੇ ਮੇਵਿਆਂ, ਕਾਜੂ ਬਦਾਮਾਂ ਦੇ, ਹੋਰ ਸੌਂਗੀ ਆਦਿਕ ਦੇ, ਪਿਸਤੇ ਦੇ ਬੜੇ ਸੁੰਦਰ ਬਾਗ ਲੱਗੇ ਹੋਏ ਆ। ਮਨ ਭਾਵਤ ਪਹਿਰਤ ਬਾਰ ਚੀਰ। ਤੇ ਗਰਮੀ ਦੇ ਮੌਸਮ ਵਿੱਚ ਮੋਟੇ ਕੱਪੜੇ ਪਹਿਨਣ ਦਾ, ਪਸ਼ਮੀਨੇ, ਪਟ ਅੰਬਰ, ਰੇਸ਼ਮ ਦੇ ਬਸਤਰ ਸੋਹਣੇ ਜਾ ਕਰਕੇ ਪਹਿਨਾਂਗੇ। ਜਿਮ ਇੱਕ ਥਲ ਜਾਲ ਰੋਕਿਓ ਬਿਗੜਾ। ਕਿਉਂਕਿ ਕਸ਼ਮੀਰ ਵਿੱਚ ਕੱਪੜਾ ਵੀ ਬੇਸ਼ਕੀਮਤੀ, ਬੜਾ ਨਾਨਾ ਤਰ੍ਹਾਂ ਦਾ ਸੁੰਦਰ ਭਾਰੀ ਬੇਸ਼ਕੀਮਤੀ ਹੁੰਦਾ ਹੈ, ਉਹ ਪਹਿਨਾਂਗੇ। ਬਾਦਸ਼ਾਹ ਸਲਾਮਤ ਆਪ ਉੱਥੇ ਜਾ ਕੇ ਉਹਦਾ ਵੀ ਕੌਤਕ ਆਨੰਦ ਮਾਣਿਆ ਜੇ। ਇਸੇ ਤਰ੍ਹਾਂ ਜਿਵੇਂ ਇੱਕ ਥਾਂ ਤੇ ਪਾਣੀ ਖੜਿਆ ਰਹਿੰਦਾ ਜੋ ਹੈ, ਤਿਮ ਤੁਮਰੋ ਇੱਕ ਥਲ ਮਹਿ ਬਾਸ। ਤੇ ਉਹ ਖੜ ਖੜ ਕੇ ਪਾਣੀ ਮਹਾਰਾਜ ਇੱਕ ਥਾਂ ਤੇ ਖੜ ਖੜ ਕੇ ਗੰਧਲਾ ਹੋ ਜਾਂਦਾ ਹੈ। ਇਸ ਕਰਕੇ ਨਾ ਮਨੁੱਖ ਨੂੰ ਇੱਕ ਥਾਂ ਤੇ ਨਹੀਂ ਰਹਿਣਾ ਚਾਹੀਦਾ ਬਹੁਤਾ। ਤੁਸੀਂ ਬਾਦਸ਼ਾਹ ਹੋ ਤੇ ਇੱਕ ਥਾਂ ਤੇ ਰਹਿ ਕੇ ਮੱਤ ਜਿਹੜੀ ਇੱਕੋ ਵਰਗੀ ਹੋ ਜਾਂਦੀ ਹੈ, ਰੁਕ ਜਾਂਦੀ ਹੈ, ਬੁੱਧ ਦਾ ਵਿਕਾਸ ਨਹੀਂ ਹੁੰਦਾ ਹੈ। ਤੇਜਹੀਨ ਹੋਏ ਤਰਾਸਤ ਨਹਿ ਨਾਰ। ਜੇ ਤੁਸੀਂ ਦਿੱਲੀ ਬੈਠੇ ਰਹੋਗੇ ਨਾ ਸਦਾ, ਤੇ ਤੇਜ ਤੁਹਾਡਾ ਘਟ ਜਾਣਾ ਹੈ ਬਾਦਸ਼ਾਹ। ਜਹਾਂਪਣਾ ਕਿਸੇ ਨੇ ਤੁਹਾਡਾ ਡਰ ਨਹੀਂ ਮੰਨਿਆ ਕਰਨਾ ਹੈ। ਨਹੀਂ ਪ੍ਰਤਾਪ ਵਿਸ਼ਾਲ ਪ੍ਰਕਾਸ਼। ਤੁਹਾਡਾ ਪ੍ਰਤਾਪ ਨਹੀਂ ਵਧਣਾ। ਜੇ ਇੱਕੇ ਥਾਂ ਤੇ ਬੈਠੇ ਰਹੋਗੇ, ਪ੍ਰਤਾਪ ਬਿਲਕੁਲ ਖਤਮ ਹੋ ਜਾਵੇਗਾ, ਬਗਾਵਤਾਂ ਪੈਦਾ ਹੋਣਗੀਆਂ। ਅਬ ਸੂਰਿਆ ਕੀ ਚੰਡ ਕਿਰਨ ਭੀ। ਬਾਕੀ ਵੇਖੋ ਦਿੱਲੀ ਕਿੰਨੀ ਗਰਮੀ ਪੈਂਦੀ ਹੈ। ਇਸੇ ਤਰ੍ਹਾਂ ਇਹਨਾਂ ਮਹੀਨਿਆਂ ਦੇ ਵਿੱਚ, ਜੇਠ ਆਦਿਕ ਦੇ ਮਹੀਨਿਆਂ ਵਿੱਚ ਬੇਸ਼ਕੀਮਤੀ ਗਰਮੀ ਇੱਥੇ ਪੈ ਰਹੀ ਹੈ। ਇਹ ਠਾ ਹੋਵੈ ਹੈ ਤਪਤ ਆਵਾਸ। ਦਿੱਲੀ ਦੇ ਵਿੱਚ ਤਪਤ ਹੀ ਤਪਤ ਹੈ। ਸੂਰਜ ਦੀਆਂ ਤੇਜ਼ ਤਰਾਰ ਕਿਰਨਾਂ ਪੈਂਦੀਆਂ
ਤੇ ਸਾਰਾ ਦਿਨ ਤਪਦਾ ਰਹਿੰਦਾ ਹੈ। ਨਹਿ ਕਸ਼ਮੀਰ ਬਿਖਿਆਸ ਉਸਨ, ਤੇ ਬਾਦਸ਼ਾਹ ਇਹੋ ਜੀ ਗਰਮੀ ਕਸ਼ਮੀਰ ਵਿੱਚ ਕੋਈ ਨਹੀਂ ਜੇ ਪੈਂਦੀ, ਬਿਲਕੁਲ ਠੰਡਾ ਇਲਾਕਾ ਹੈ। ਸੁਗਮ ਨਾਹ ਕੀਜੈ ਤਾਹਾਂ ਬਿਲਾਸ, ਤੇ ਮੈਂ ਤਾਂ ਕਹਿੰਦਾ ਸੁੱਖ ਦੇ ਨਾਲ ਉੱਥੇ ਕੌਤਕ ਮਾਣਿਆ ਜੇ, ਉੱਥੇ ਤੁਸੀਂ ਗਮਨ ਕਰੋ। ਇੱਥੋਂ ਮੇਰਾ ਬਚਨ ਮੰਨ ਕਰਕੇ ਤੇ ਤੁਸੀਂ ਕਸ਼ਮੀਰ ਚਲੇ ਜਾਈਏ। ਆਪਾਂ ਉੱਥੇ ਰਹਿ ਕਰਕੇ ਕੁਝ ਗਰਮੀ ਦੇ ਮਹੀਨੇ ਜਿਹੜੇ ਹੈ ਆਪਾਂ ਨੂੰ ਕੱਢਣੇ ਚਾਹੀਦੇ ਹਨ। ਸੁਨਤ ਸਾਹੋ ਕੇ ਔਰ ਮਹਿ ਪਾਈ, ਸੁਣ ਕੇ ਨਾ ਬਾਦਸ਼ਾਹ ਜਹਾਂਗੀਰ ਬੜਾ ਖੁਸ਼ ਹੋਇਆ, ਮਨ ਵਿੱਚ ਇਉਂ ਸੋਚਦਾ ਹੈ, ਆਚੀ ਬਾਤ ਕਹੀ ਸਮਝਾਏ। ਕਹਿੰਦਾ ਹਾਂ ਚੰਗੀ ਗੱਲ ਮੈਨੂੰ ਸਮਝਾ ਕੇ ਹੇ ਚੰਦੂ ਦੀਵਾਨ ਤੈਂ ਆਖੀ ਹੈ। ਸੁਮਤਵਾਨ ਗੁਣ ਖਾਨ ਪੁਰਾਤਨ, ਤੇ ਇਹ ਸੋਚਦਾ ਜਹਾਂਗੀਰ ਵੀ ਬੜੀ ਮੱਤ ਵਾਲਾ ਹੈ ਮੇਰਾ ਵਜ਼ੀਰ ਅਮੀਰ ਜਿਹੜਾ ਦੀਵਾਨ ਚੰਦੂ ਹੈ, ਮੱਤ ਵਾਲਾ ਵੀ ਬਹੁਤ ਹੈ ਤੇ ਬੜਾ ਗੁਣੀ ਗਿਆਨੀ ਹੈ, ਬੜਾ ਪੁਰਾਣਾ ਮੇਰੇ ਨਾਲ ਡਟਿਆ ਹੋਇਆ ਹੈ। ਕਰਿਓ ਦੀਵਾਨ ਇਹੀ ਲੱਖ ਪਾਏ, ਹਾਂ ਕਹਿੰਦਾ ਚੰਦੂ ਤੇਰੀਆਂ ਆ ਖੂਬੀਆਂ ਵੇਖ ਕੇ ਮੈਂ ਤੈਨੂੰ ਸਾਰਿਆਂ ਤੋਂ ਉੱਚਾ ਅਹੁਦਾ ਦੀਵਾਨ ਦਾ ਅਹੁਦਾ ਦਿੱਤਾ ਹੈ। ਨਿਤ ਹਮਰੇ ਤਨ ਕੋ ਸੁਖ ਚਾਹਤ, ਕਿਉਂਕਿ ਤੂੰ ਸਦਾ ਮੇਰੀ ਸਲਾਮਤੀ ਚਾਹਣਾ, ਮੇਰੇ ਸਰੀਰ ਦਾ ਸੁਖ ਸਹੂਲਤ ਚਾਹੁੰਦਾ ਹੈ। ਨੀਕੀ ਬਾਤਨ ਦੇਤ ਬਤਾ, ਤੇ ਚੰਗੀਆਂ ਚੰਗੀਆਂ ਗੱਲਾਂ ਮੇਰੇ ਭਲੇ ਦੀਆਂ ਮੈਨੂੰ ਰੋਜ਼ ਦੱਸਦਾ ਹੈ। ਅਬ ਬਹਾਰ ਕਸ਼ਮੀਰ ਦੇਸ ਕੀ, ਜ਼ਰੂਰ ਜਾਵਾਂਗੇ ਜਿਵੇਂ ਹੁਣ ਤੂੰ ਮੈਨੂੰ ਕਸ਼ਮੀਰ ਦੇ ਮੌਸਮ ਬਾਰੇ ਆਣ ਦੱਸਿਆ ਹੈ। ਜਹਾਂ ਨਾ ਸੂਰਜ ਤਪਤ ਉਪਾਏ, ਇੱਥੇ ਦਿੱਲੀ ਵਿੱਚ ਬਹੁਤ ਗਰਮੀ ਹੈ, ਕਸ਼ਮੀਰ ਵਿੱਚ ਜਿੱਥੇ ਸੂਰਜ ਦੀ ਬਿਲਕੁਲ ਤਪਸ਼ ਨਹੀਂ ਪੈਂਦੀ ਹੈ। ਇਮ ਕਹਿ ਸਿਰੋ ਪਾਓ ਬਾਹੋ ਮੁੱਲਾ, ਬੇਸ਼ਕੀਮਤੀ ਦੁਸ਼ਾਲਾ ਜਿਹੜਾ ਨਾ ਇਹ ਹੱਥ ਵਿੱਚ ਫੜਿਆ ਜਹਾਂਗੀਰ ਬਾਦਸ਼ਾਹ ਨੇ ਤੇ ਚੰਦੂ ਦੇ ਗਲ ਵਿੱਚ ਪਾ ਦਿੱਤਾ ਹੈ। ਚੰਦੂ ਕੋ ਬਖਸ਼ਿਓ ਵਡਿਆਏ, ਇਸ ਤਰ੍ਹਾਂ ਬੜੀ ਵਡਿਆ ਕੇ ਚੰਦੂ ਨੂੰ ਬਖਸ਼ਿਸ਼ ਜੀ ਦੇ ਦਿੱਤੀ ਹੈ। ਗਮਨ ਹਿਤ ਤਿਆਰੀ ਕਰਵਾਏ, ਆਖਿਆ ਤਿਆਰੀ ਕਰਵਾ ਦੋ, ਫਿਰ ਆਪਾਂ ਛੇਤੀ ਨਾਲ ਕਸ਼ਮੀਰ ਜਾਵਾਂਗੇ। ਆਧੀ ਚਮੂ ਰਹੇ ਇਸ ਥਾਏ, ਅੱਧੀ ਫੌਜ ਜਿਹੜੀ ਉਹ ਇੱਥੇ ਹੀ ਦਿੱਲੀ ਦਰਬਾਰ ਵਿੱਚ ਰਹੇਗੀ, ਆਧੀ ਸੰਗ ਚੱਲਹਿ ਕਹਿ ਦੀਜੈ, ਤੇ ਅੱਧੀ ਫੌਜ ਆਪਣੇ ਨਾਲ ਜਾਵੇਗੀ। ਚੰਦੂ ਦੀਵਾਨ ਫੌਜ ਨੂੰ ਹੁਕਮ ਕੀਤਾ ਜਾਵੇਗਾ, ਸਭ ਬੇਗਮ ਕੋ ਦੀਨ ਸੁਨਾਏ, ਤੇ ਸਾਡੀਆਂ ਬੇਗਮਾਂ ਨੂੰ ਵੀ ਸੁਨੇਹਾ ਲਾ ਦਿੱਤਾ ਜਾਵੇ, ਉਹ ਪਰਿਵਾਰ ਵੀ ਨਾਲ ਜਾਵੇਗਾ। ਚੱਲਾ ਪਿਖ ਹੈ ਕਸ਼ਮੀਰ ਦੇਸ ਕੋ, ਆਖ ਦਿਓ ਚਲੋ ਤੁਹਾਨੂੰ ਕਸ਼ਮੀਰ ਦਾ ਦੇਸ਼ ਵਿਖਾ ਕੇ ਲਿਆਈਏ, ਠੰਡਾ ਇਲਾਕਾ। ਬਿਲਸੈ ਹੈ ਬੇਨਾ ਉਸਨ ਹਰ ਖਾਏ, ਬੜੀ ਖੁਸ਼ੀ ਮਾਨਾਂਗੇ ਉੱਥੇ, ਕਿਉਂਕਿ ਗਰਮੀ ਹੈ ਨਹੀਂ, ਕੇਵਲ ਠੰਡ ਪੈਂਦੀ ਹੈ। ਗਾਜ ਤੋ ਰੰਗ ਸਯੰਦਨ ਅਰ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਹਾਥੀ ਘੋੜੇ ਬੜੇ ਸੁੰਦਰ ਰਥ ਡੋਲੇ ਸਜਾ ਲਏ ਗਏ ਐ, ਚੱਲੀ ਪਾਲਕੀ ਹਜਰਤ ਸੰਗ, ਤੇ ਨਾਲ ਪਾਲਕੀਆਂ ਨੇ। ਤੇ ਹਜ਼ਰਤ ਜਿਹੜਾ ਭਾਵੇ ਬਾਦਸ਼ਾਹ ਨਾ ਜਹਾਂਗੀਰ ਪਾਲਕੀ ਵਿੱਚ ਬੈਠਾ ਹੋਇਆ ਹੈ। ਸੈਨਾ ਉਮੜੀ ਜਾਂ ਹੜ ਕਾ ਜਲ, ਬੜੀ ਫੌਜ ਬਾਦਸ਼ਾਹ ਦੇ ਨਾਲ ਜਿਵੇਂ ਹੜ ਦਾ ਜਲ ਚੜ ਕੇ ਆਉਂਦਾ ਹੈ। ਚੱਲੇ ਉਹ ਸਾਹੋ ਧਰ ਹ੍ਰਿਦੈ ਉਮੰਗ, ਇਹਦੇ ਵਿੱਚ ਬੜਾ ਉਮੰਗ ਜੀ ਰੱਖ ਕੇ ਨਾ, ਬੜੀ ਚਾਹ ਜਿਹਾ ਰੱਖ ਕੇ ਉਤਸ਼ਾਹ ਨਾਲ ਬਾਦਸ਼ਾਹ ਜਹਾਂਗੀਰ ਕਸ਼ਮੀਰ ਨੂੰ ਚੱਲਿਆ ਹੈ। ਚੰਦ ਬਿਲੰਦ ਆਨੰਦਤ ਹੋਵੈ ਕੈ, ਤੇ ਚੰਦੂ ਬੜਾ ਹੁਣ ਖੁਸ਼ ਹੋ ਰਿਹਾ ਵੀ ਬਹਾਨੇ ਨਾਲ ਇਹ ਜਹਾਂਗੀਰ ਬਾਦਸ਼ਾਹ ਨੂੰ ਪੰਜਾਬ ਲੈ ਕੇ ਜਾਵਾਂਗੇ। ਦੁਹਿਤਾ ਦੇਖਤ ਕਰ ਮਨ ਭੰਗ, ਆਪਦੀ ਪੁੱਤਰੀ ਨੂੰ ਵੇਖ ਵੇਖ ਕੇ ਦੁਖੀ ਹੁੰਦਾ, ਨਾਲੇ ਮਨ ਵਿੱਚ ਜਿਹੜਾ ਵਾ ਖੁਣ ਸਿਖਾਉਂਦਾ ਵੀ ਛੇਤੀ ਦੇ ਨਾਲ ਜਿਹੜਾ ਨਾ ਉਹ ਮੈਂ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਵਾ ਦੇਵਾਂਗਾ। ਬਾਦਸ਼ਾਹ ਨੂੰ ਮੌਕਾ ਮਿਲ ਗਿਆ, ਮੈਂ ਕੱਢ ਲਿਆ ਇੱਕ ਵਾਰੀ ਦਰਬਾਰ ਦਿੱਲੀ ਚੋਂ, ਹੁਣ ਮੈਂ ਜ਼ਰੂਰ ਪੰਜਾਬ ਲੈ ਕੇ ਜਾਵਾਂਗਾ। ਦੇਉ ਬਿਆਹ ਕੈ ਲਿਓ ਪੁਰਾਨ, ਆਪਦੀ ਧੀ ਨੂੰ ਮੈਂ ਜਾਂ ਤਾਂ ਹਰਗੋਬਿੰਦ ਸਾਹਿਬ ਦੇ ਨਾਲ ਹੀ ਵਿਆਹਾਂਗਾ ਤੇ ਜਾਂ ਫਿਰ ਗੁਰੂ ਅਰਜਨ ਦੇਵ ਤੇ ਹਰਗੋਬਿੰਦ ਸਾਹਿਬ ਦੇ ਪ੍ਰਾਣ ਕੱਢ ਲਵਾਂਗਾ। ਗੁਰੂ ਤਾਂ ਮੁਝ ਕੋ ਸੁਖ ਹੈ ਸਰਬੰਗ, ਤੇ ਇਸ ਤਰ੍ਹਾਂ ਸਾਰਿਆਂ ਅੰਗਾਂ ਕਰਕੇ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਵਾਵਾਂਗਾ, ਦੁੱਖ ਦੇਵਾਂਗਾ ਤੇ ਮੈਨੂੰ ਸੁੱਖ ਹੀ ਸੁੱਖ ਹੋਵੇਗਾ। ਜਾਂ ਤਾਂ ਗੁਰੂ ਅਰਜਨ ਦੇਵ ਸਾਹਿਬ ਦਾ ਸੁੱਖ ਖੋਹ ਲਵਾਂਗਾ ਤੇ ਜਾਂ ਮੈਂ ਆਪਦੀ ਪੁੱਤਰੀ ਦਾ ਰਿਸ਼ਤਾ ਵਿਆਹ ਜਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਹਰਗੋਬਿੰਦ ਸਾਹਿਬ ਨਾਲ ਕਰਾਂਗਾ।
ਇਹ ਆਪਦੀ ਅੜੀ ਜਿਹੜੀ ਆ ਜਿੱਦ ਪਗਾਉਣ ਵਾਸਤੇ ਚੰਦੂ ਫਿਰ ਜਿਵੇਂ ਸਾਧ ਸੰਗਤ ਜੀ ਬਾਦਸ਼ਾਹ ਜਹਾਂਗੀਰ ਨੂੰ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਵਾ ਇੱਥੇ ਪੰਜਾਬ ਦੇਸ਼ ਲੈ ਕੇ ਆਉਂਦਾ ਹੈ। ਉਹਦਾ ਖੁਲਾਸਾ ਜਿਹੜਾ ਕਵੀ ਜੀ ਬਹੁਤ ਸੁੰਦਰ ਕੀਤਾ ਹੈ। ਕੱਲ ਦੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰ ਲਵਾਂਗੇ। ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਜਿਵੇਂ ਫਿਰ ਜਹਾਂਗੀਰ ਬਾਦਸ਼ਾਹ ਇੱਧਰ ਲਾਹੌਰ ਆਉਂਦਾ, ਉਧਰ ਸਾਧ ਸੰਗਤ ਜੀ ਜਿਹੜਾ ਹੈ ਇਹ ਬਾਬਾ ਪ੍ਰਿਥੀ ਚੰਦ ਕੁਝ ਸਮਾਂ ਜਦੋਂ ਇਸ ਤਰ੍ਹਾਂ ਚਿੰਤਾ ਕਰਦਾ ਤੇ ਮਨ ਬਹੁਤ ਦੁਖੀ ਰਹਿਣ ਲੱਗਿਆ। ਸੁਲੱਭੀ ਨੂੰ ਚੜਾ ਕੇ ਇੱਥੋਂ ਭੇਜਿਆ ਜਹਾਂਗੀਰ ਵਰਗਿਆਂ ਨੇ, ਤੇ ਉਹ ਵੀ ਰਸਤੇ ਵਿੱਚ ਹੀ ਜਿਵੇਂ ਸੁਲਹੀ ਚੜ੍ਹਾਈ ਕੀਤਾ, ਮਨ ਮੁੱਕ ਗਿਆ, ਵੀ ਚੜ੍ਹਾਈ ਕਰ ਗਿਆ। ਜਦੋਂ 2-3 ਹੀਲੇ ਕੁਝ ਨਾ ਹੁੰਦਾ ਦੱਸਿਆ ਤੇ ਫਿਰ ਪ੍ਰਿਥੀ ਚੰਦ ਬਿਮਾਰ ਰਹਿਣ ਲੱਗਿਆ। ਦੁੱਖ ਦਾ ਮਾਰਿਆ ਝੂਰਦਾ ਖਾਲਸਾ ਜੀ ਸੰਸਾਰ ਤੋਂ ਚੜ੍ਹਾਈ ਕਰਦਾ ਹੈ। ਉਹ ਸਾਰੇ ਪ੍ਰਸੰਗ ਅੱਗੇ ਆਉਣ ਵਾਲੇ ਆ, ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਸਤਿਗੁਰੂ ਜੀ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਗਾਜ ਤੁਰੰਗ ਸਯੰਦਨ ਅਰ ਡੋਰੇ, ਚੱਲੀ ਪਾਲ ਕੀ ਹਜਰਤ ਸੰਗ। ਸੈਨਾ ਉਮੜੀ ਜਿਉ ਹਾੜ ਕਾ ਜਾਲ, ਚੱਲੇ ਓ ਸਾਹੋ ਤਰ ਹ੍ਰਿਦੈ ਉਮੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।